ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਆਏ ਪ੍ਰਭ ਸਰਣਾਗਤੀ कृपा निध दयाल। एक अखर हर मन वसत नानक होत निहाल। सतगुर की जिसनो मत आवे सो सतगुर माहे समाना। एह बाणी जो जीव जाने तिस अंतर रवै हर नामा। वाहिगुरु जी राग सोरठ बाणी भगत कबीर जी की घर पहला। एक ओंकार सतगुर प्रसाद। बुत पूज पूज हिंदू मूए तुर्क मूए सिरनाई। कोयले जारे कोयले गाटे तेरी गत दोहु न पाई। मन रे संसार अंध गहेरा चौदस पसरियो है जम जेवरा रहा। कबत पड़े पड़ कबता मुए कपड़ के दार जाई। जटा धार धार जोगी मुए तेरी गत इन्हें न पाई। दर्व संच संच राजे मुए गडले कंचन भारी। वेद पढ़े पढ़ पंडित मुए रूप देख देख नारी। राम नाम बिन सब विभूते देखो निरख शरीरा। हर के नाम बिन किन गत पाई कह उपदेश कबीरा। जुग जुग अटल तख्त चवर छत्र दे मालक। बाणी के बोहिथ कृपालु दयालु सतगुरु दस गुरु साहिबान की पावन जोत। शब्द गुरु ज्ञान के मुजस्मे धन साहिब श्री गुरु ग्रंथ साहिब पातशाह जी की पावन हजूरी अंदर अमृत वेले दियां हाजरियां लगा रहे गुरु 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 प्यारे गुरु खालसा साध संगत जी वडभागी हाँ। सतगुरां ने अमृत वेले दर्शन दीदारे दे के निहाल किया है। सो आओ इन्हां सतसंगती रूपी घड़ियां दे विच बैठ के अज दे जो पावन हुक्म धन गुरु ग्रंथ साहिब पातशाह ने साडी झोली दे विच पाए ने। सतगुरु जी सानू की उपदेश दे रहे ने की ज्ञान बख्श रहे ने उस ज्ञान नूं समझण दा यतन करिए। बाणी नूं विचारण दा यतन करिए और अपने जीवन नूं सफला करिए। वध तों वध संगतां नूं बेनती है कि गुरुद्वारा साहिब विखे अपनियां हाजरियां यकीनी बनाओ। गुरुद्वारा साहिब विखे हाजरियां लवाओ भाई। बाणी सुनो बाणी पढ़ो बाणी विचारो जीवन को सफला करिए। सो आओ शब्द की विचार तो पहला धन गुरु ग्रंथ साहिब पातशाह जी के चरणों के हाजरियां लवाइए। फतेह की सांझ पाइए। गज वज के फतेह बुलाओ। आखो जी वाहिगुरू जी का खालसा वाहिगुरू जी की फतेह। अज दे ये पावन वचन भगत कबीर साहिब जी
ਸੋਰਠ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 654 ਦੇ ਉੱਪਰ ਵਚਨ ਕਰ ਰਹੇ ਨੇ। ਔਰ ਕਬੀਰ ਸਾਹਿਬ ਜੀ ਰਹਾਉ ਦੀ ਤੁਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਮਨ ਰੇ ਸੰਸਾਰ ਅੰਧ ਗਹਿਰਾ, ਚੌਦਿਸ ਪਸਰਿਓ ਹੈ ਜਮ ਜੀਵਰਾ ਰਹਾਉ। ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਨੇ ਕਿ ਐ ਬੰਦਿਆ, ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ, ਆਪਣੇ ਮਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ, ਕਿਹੜੀ? ਸੰਸਾਰ ਅੰਧ ਗਹਿਰਾ। ਇਹ ਜਿਹੜਾ ਸੰਸਾਰ ਹੈ ਇਹ ਅੰਧਕਾਰ ਦਾ ਇੱਕ ਖੂਹ ਹੈ, ਇਹ ਹਨੇਰੇ ਸਮਾਨ ਇੱਕ ਖੂਹ ਹੈ। ਅੱਗੇ ਕਹਿੰਦੇ ਨੇ ਚੌਦਿਸ ਪਸਰਿਓ ਹੈ ਜਮ ਜੀਵਰਾ, ਅਤੇ ਇਸ ਸੰਸਾਰ ਦੇ ਚਾਰੇ ਪਾਸੇ ਜਮ ਰੂਪੀ ਜਮਕਾਲ ਹੈ ਜਿਹੜਾ, ਉਹਦਾ ਪਹਿਰਾ ਜਿਹੜਾ ਉਹ ਪਸਰਿਆ ਹੋਇਆ। ਚਾਰੇ ਪਾਸੇ ਜਮ ਨੇ ਜਿਹੜੇ ਉਹ ਪਸਰੇ ਹੋਏ ਨੇ। ਤੈਨੂੰ ਸਾਵਧਾਨ ਹੋਣ ਦੀ ਲੋੜ ਹੈ। ਐ ਮਨ, ਤੂੰ ਇਸ ਅੰਧਕਾਰ ਰੂਪੀ ਖੂਹ ਦੇ ਵਿੱਚ ਫਸਿਆ ਹੋਇਆ ਹੈ, ਤੂੰ ਇਹਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲੇ? ਅੱਜ ਦੇ ਇਹ ਸ਼ਬਦ, ਇਹ ਬਚਨ ਕਬੀਰ ਸਾਹਿਬ ਜੀ ਦੇ ਕ੍ਰਾਂਤੀਕਾਰੀ ਬਚਨ ਨੇ, ਕਿਉਂਕਿ ਸ਼ੁਰੂ ਦੇ ਵਿੱਚ ਹੀ ਕਬੀਰ ਸਾਹਿਬ ਬਚਨ ਕਰ ਰਹੇ ਨੇ ਕਿ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ। ਭਾਵ ਕਿ ਜਿਸ ਵਕਤ ਕਬੀਰ ਸਾਹਿਬ ਇਸ ਦੁਨੀਆ ਦੇ ਵਿੱਚ ਆਏ ਸੀ, ਉਹਨਾਂ ਨੇ ਇਸ ਦੁਨੀਆ ਦੇ ਨਜ਼ਾਰੇ ਨੂੰ ਤੱਕਿਆ, ਇਸ ਦੁਨੀਆ ਦੇ ਵਿੱਚ ਵਿਚਰੇ ਔਰ ਭਗਤੀ ਕੀਤੀ, ਉਸ ਪਰਮੇਸ਼ਰ ਦੇ ਨਾਲ ਇੱਕ ਹੋਏ। ਤਾਂ ਆਪ ਜੀ ਨੇ ਇਹ ਬਚਨ ਉਚਾਰਨ ਕੀਤੇ ਦੋਹਾਂ ਹੀ ਧਿਰਾਂ ਨੂੰ ਵੇਖ ਕੇ, ਕਿਉਂਕਿ ਉਸ ਵਕਤ ਹਿੰਦੂ ਅਤੇ ਮੁਸਲਮਾਨ ਇਹ ਦੋ ਧਰਮਾਂ ਦੇ ਜਿਹੜੇ ਲੋਕ ਸੀ, ਇਹਨਾਂ ਦੀ ਆਪਸੀ ਕੱਟੜਤਾ ਨੂੰ ਮੁੱਖ ਰੱਖਦਿਆਂ ਹੋਇਆ ਕਬੀਰ ਸਾਹਿਬ ਇਹ ਬਚਨ ਕਰ ਰਹੇ ਨੇ ਕਿ ਜਿਹੜੇ ਹਿੰਦੂ ਲੋਕ ਸੀ ਉਹ ਬੁੱਤ ਪੂਜਾ ਨੂੰ ਕਰਦੇ ਸੀ, ਭਾਵ ਮੂਰਤੀਆਂ ਦੀ ਪੂਜਾ ਕਰਿਆ ਕਰਦੇ ਸੀ। ਔਰ ਜਿਹੜੇ ਤੁਰਕ ਲੋਕ, ਭਾਵ ਇਸਲਾਮ ਮਤ ਨੂੰ ਮੰਨਣ ਵਾਲੇ, ਤੁਰਕ ਮੂਏ ਸਿਰਨਾਈ, ਤੇ ਇਹਨਾਂ ਨੇ ਕੇਵਲ ਆਪਣੇ ਆਪ ਨੂੰ ਮੱਕੇ ਤੱਕ ਸੀਮਿਤ ਰੱਖਿਆ ਹੋਇਆ ਸੀ। ਜਿਹੜਾ ਹਿੰਦੂ ਮਤ ਹੈ, ਆਪਾਂ ਵੇਖਦੇ ਹਾਂ ਕਿ ਮੰਦਿਰਾਂ ਦੇ ਵਿੱਚ ਇਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਪਰ ਮੂਰਤੀਆਂ ਸੁਭਾਏਮਾਨ ਹੁੰਦੀਆਂ ਨੇ, ਪਰ ਗੁਰਬਾਣੀ ਹੈ ਜਿਹੜੀ ਉਹ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ ਕਿ ਗੁਰਮਤਿ ਦੇ ਵਿੱਚ ਮੂਰਤੀ ਪੂਜਾ ਦੀ ਕੋਈ ਥਾਂ ਨਹੀਂ। ਭਾਵੇਂ ਕਿ ਸਾਡੇ ਸਿੱਖ ਵੀ ਅੱਜ ਮੰਦਿਰਾਂ ਦੇ ਵਿੱਚ ਜਾਂਦੇ ਨੇ, ਉੱਥੇ ਜਾ ਜਾ ਕੇ ਮੂਰਤੀਆਂ ਦੇ ਅੱਗੇ ਮੱਥੇ ਰਗੜਦੇ ਨੇ, ਪਰ ਅਗਿਆਨਤਾ ਹੋਣ ਕਾਰਨ ਉਹ ਇਹ ਸਭ ਕੁਝ ਕਰ ਰਹੇ ਨੇ। ਜੇਕਰ ਉਹਨਾਂ ਦੇ ਪਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਗਿਆਨ ਹੋਵੇ ਤਾਂ ਸ਼ਾਇਦ ਉਹ ਕੇਵਲ ਤੇ ਕੇਵਲ ਇੱਕ ਸ਼ਬਦ ਦੇ ਲੜ ਲੱਗਣ, ਗੁਰੂ ਦੁਆਰਾ ਦਿੱਤੇ ਹੋਏ ਸ਼ਬਦ ਗੁਰੂ ਦੇ ਸਿਧਾਂਤ ਦੇ ਨਾਲ ਜੁੜਨ। ਔਰ ਕਬੀਰ ਸਾਹਿਬ ਜੀ ਸਮਝਾ ਰਹੇ ਨੇ ਕਿ ਭਾਈ ਦੇਖੋ, ਸੰਸਾਰ ਦੇ ਇਹ ਦੋ ਕਿੱਤੇ, ਹਿੰਦੂ ਨੇ ਜਿਹੜੇ ਉਹ ਮੂਰਤੀ ਪੂਜਾ ਤੱਕ ਸੀਮਿਤ ਰਹਿ ਗਏ, ਤੇ ਜਿਹੜੇ ਇਸਲਾਮ ਧਰਮ ਦੇ ਲੋਕ ਨੇ, ਮੁਸਲਮਾਨ ਲੋਕ ਨੇ, ਉਹਨਾਂ ਨੇ ਆਪਣੇ ਆਪ ਨੂੰ ਮੱਕੇ ਤੱਕ ਸੀਮਿਤ ਕਰ ਲਿਆ ਕਿ ਮੱਕੇ ਜਾ ਕੇ ਸਾਡੀ ਸੰਤੁਸ਼ਟੀ ਹੋ ਜਾਂਦੀ ਹੈ। ਕਿਉਂਕਿ ਇਸਲਾਮ ਧਰਮ ਦੇ ਜਿਹੜੇ 5 ਥੰਮ ਮੰਨੇ ਜਾਂਦੇ ਨੇ, ਉਹਨਾਂ 5 ਥੰਮਾਂ ਦੇ ਵਿੱਚ ਹੱਜ ਹੈ ਜਿਹੜਾ ਉਹ ਇੱਕ ਪਿੱਲਰ ਹੈ, ਉਹਨਾਂ ਦਾ ਇੱਕ ਥੰਮ ਹੈ। ਹਰੇਕ ਮੁਸਲਮਾਨ ਦੇ ਲਈ ਆਪਣੇ ਰਹਿੰਦੇ ਜੀਵਨ ਦੇ ਵਿੱਚ ਇੱਕ ਵਾਰ ਹੱਜ ਕਰਨਾ ਜ਼ਰੂਰੀ ਹੈ। ਇਹ ਉਹਨਾਂ ਦਾ ਧਾਰਮਿਕ ਸਿਧਾਂਤ ਹੈ ਇਸਲਾਮ ਧਰਮ ਦਾ ਕਿ ਉਹਨੇ ਇੱਕ ਵਾਰ ਹੱਜ ਜ਼ਰੂਰ ਕਰਨਾ ਹੈ। ਜੇਕਰ ਉਹ ਕਿਸੇ ਕਾਰਨ ਕਰਕੇ ਹੱਜ ਨਹੀਂ ਕਰ ਸਕਦਾ ਤਾਂ ਉਹਨੂੰ ਇੰਨੀ ਕੁ ਛੋਟ ਹੈ ਕਿ ਉਹ ਕਿਸੇ ਵਿਅਕਤੀ ਨੂੰ ਕਿਰਾਇਆ ਦੇ ਕੇ ਜਾਂ ਧਨ ਪਦਾਰਥ ਦੇ ਕੇ ਉਹ ਆਪਣੀ ਜਗ੍ਹਾ ਤੇ ਕਿਸੇ ਦੂਸਰੇ ਨੂੰ ਹੱਜ ਦੇ ਉੱਪਰ ਭੇਜ ਸਕਦਾ ਹੈ। ਉਹਦੀ ਹਾਜ਼ਰੀ ਆ ਜਿਹੜੀ ਉਹ ਪ੍ਰਵਾਨ ਮੰਨੀ ਜਾਂਦੀ ਹੈ। ਜ਼ਿਆਦਾਤਰ ਅਮੀਰ ਲੋਕ ਇਸ ਤਰ੍ਹਾਂ ਕਰ ਲੈਂਦੇ ਹੋਣੇ ਆ, ਪਰ ਇਹ ਉਹਨਾਂ ਦਾ ਇੱਕ ਧਾਰਮਿਕ ਸਿਧਾਂਤ ਹੈ ਕਿ ਹਰੇਕ ਜੋ ਮੁਸਲਮਾਨ ਹੈ, ਸੱਚਾ ਮੁਸਲਮਾਨ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੱਜ ਹੈ ਜਿਹੜਾ ਉਹ ਜ਼ਰੂਰ ਕਰਦਾ ਹੈ। ਭਾਵ
ਤੀਰਥ ਯਾਤਰਾ, ਉਹਨਾਂ ਦਾ ਜਿਹੜਾ ਧਾਰਮਿਕ ਕੇਂਦਰੀ ਅਸਥਾਨ ਹੈ, ਤੀਰਥ ਅਸਥਾਨ ਹੈ ਇਸਲਾਮ ਧਰਮ ਦਾ, ਉਹ ਸਾਊਦੀ ਅਰਬ ਦੇ ਵਿੱਚ ਮੱਕਾ ਹੈ, ਜਿਸ ਦੇ ਵਿੱਚ ਕਾਬੇ ਦੀ ਪੂਜਾ ਹੁੰਦੀ ਹੈ। ਔਰ ਜਿਸ ਕਾਬੇ ਨੂੰ ਉਹ ਪੂਜਦੇ ਨੇ ਉਸ ਨੂੰ ਸੰਘ ਅਸਵਦ ਉਹ ਪੱਥਰ ਦਾ ਨਾਮ ਹੈ, ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਫੋਟੋਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ ਜਾ ਕੇ ਉਹ ਜੋ ਕਮਰਾ ਬਣਿਆ ਕਾਲੇ ਪੱਥਰ ਦਾ, ਉਹਦੇ ਆਲੇ ਦੁਆਲੇ ਇਸਲਾਮ ਮਤ ਦੇ ਜਿਹੜੇ ਲੋਕ ਨੇ ਉਹ ਪਰਿਕਰਮਾ ਕਰਦੇ ਨੇ। ਪਰਿਕਰਮਾ ਕਰਨ ਤੋਂ ਬਾਅਦ ਉਹ ਉਸ ਨੂੰ ਚੁੰਮਦੇ ਨੇ, ਉਸ ਨੂੰ ਪਿਆਰ ਕਰਦੇ ਨੇ, ਜਿਸ ਨਾਲ ਉਹਨਾਂ ਦੀ ਯਾਤਰਾ ਸਫਲ ਹੁੰਦੀ ਹੈ। ਉਸ ਤੋਂ ਬਾਅਦ ਉਹ ਮਦੀਨੇ ਵੱਲ ਵੀ ਜਾਂਦੇ ਨੇ। ਇਸ ਤਰ੍ਹਾਂ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਜਿਹੜੇ ਹਿੰਦੂ ਲੋਕ ਨੇ ਇਹ ਮੂਰਤੀ ਪੂਜਾ ਤੱਕ ਸੀਮਿਤ ਰਹਿ ਗਏ, ਜਦ ਕਿ ਇਹਨਾਂ ਨੂੰ ਪ੍ਰਾਪਤ ਕੁਝ ਨਹੀਂ ਹੋਇਆ। ਪਰ ਉੱਥੇ ਹੀ ਇਸਲਾਮ ਵਾਲੇ ਸੀ ਜਿਹੜੇ ਉਹ ਕੇਵਲ ਤੇ ਕੇਵਲ ਮੱਕੇ ਤੱਕ ਸੀਮਿਤ ਰਹਿ ਗਏ। ਪ੍ਰਾਪਤੀ ਖੁਦਾ ਦੀ ਕਰਨੀ ਸੀ, ਜੀਵਨ ਨੂੰ ਸਫਲਾ ਕਰਨ ਵਾਸਤੇ, ਪਰ ਉਹ ਆਪਣੀ ਤੀਰਥ ਯਾਤਰਾ ਤੱਕ ਸੀਮਿਤ ਰਹਿ ਗਏ। ਪਰ ਜੇ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਕਿ ਤੀਰਥਾਂ ਦਾ ਜੀਵਨ ਦੇ ਵਿੱਚ ਮਹੱਤਵ ਜ਼ਰੂਰ ਹੈ, ਪਰ ਜੇਕਰ ਚੰਗਾ ਗਿਆਨ ਪ੍ਰਾਪਤ ਕਰਨ ਵਾਸਤੇ ਉਹਨਾਂ ਤੀਰਥ ਅਸਥਾਨਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਅਕਾਲ ਪੁਰਖ ਨੂੰ ਚੇਤੇ ਕਰਦਿਆਂ ਹੋਇਆਂ ਯਾਤਰਾ ਕੀਤੀ ਜਾਵੇ ਤੇ ਸਫਲ ਹੀ ਹੈ। ਪਰ ਜੇਕਰ ਇਹਨਾਂ ਤੀਰਥਾਂ ਦੇ ਉੱਪਰ ਜਾ ਕੇ ਚੋਰੀ ਯਾਰੀ ਅਯਾਸ਼ੀ ਹੀ ਕਰਨੀ ਹੈ ਤਾਂ ਇਹਦੇ ਨਾਲੋਂ ਚੰਗਾ ਹੈ ਕਿ ਉੱਥੇ ਨਾ ਜਾਇਆ ਜਾਵੇ। ਅਸੀਂ ਵੇਖਦੇ ਹਾਂ ਨਾ, ਤੀਰਥਾਂ ਦੇ ਉੱਪਰ ਚੋਰੀਆਂ ਹੁੰਦੀਆਂ ਨੇ, ਯਾਰੀਆਂ ਹੁੰਦੀਆਂ ਨੇ। ਔਰ ਬਾਣੀ ਤੇ ਇਹ ਕਹਿੰਦੀ ਹੈ, ਨਹਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ, ਇੱਕ ਭਾਵ ਲੱਥੀ ਨਹਾਤਿਆ ਲੋਪਾ ਚੜੀ ਸਹੋਰ। ਕਿ ਚੱਲੇ ਤੇ ਇਸ਼ਨਾਨ ਕਰਨ ਹੁੰਦੇ ਨੇ ਤੀਰਥਾਂ ਦੇ ਉੱਪਰ, ਕਿ ਤੀਰਥ ਯਾਤਰਾ ਦੇ ਉੱਪਰ ਚੱਲੇ ਆ, ਪਰ ਮਨ ਦੇ ਵਿੱਚ ਖੋਟ ਹੁੰਦਾ। ਜਿੱਥੇ ਉਹ ਪਾਪ ਲਾਹੁਣ ਦੇ ਲਈ ਜਾਂਦੇ ਨੇ, ਸਗੋਂ ਦੁੱਗਣੇ ਪਾਪ ਆਪਣੇ ਸਿਰ ਹੋਰ ਚੜਾ ਲੈ ਆਉਂਦੇ ਨੇ। ਗਏ ਪਾਪਾਂ ਦਾ ਉਤਾਰਾ ਕਰਨ ਵਾਸਤੇ ਸੀ, ਪਰ ਦੁੱਗਣੇ ਪਾਪ ਆਪਣੇ ਸਿਰ ਚੜਾ ਕੇ ਲੈ ਆਏ। ਕਿਉਂ? ਜਿਸ ਕੰਮ ਦੇ ਲਈ ਗਏ ਸੀ, ਸੱਚੇ ਗਿਆਨ ਦੇ ਲਈ, ਜਾਂ ਉੱਥੋਂ ਦਾ ਉਸ ਸਥਾਨ ਦਾ ਕੀ ਮਹੱਤਵ ਸੀ, ਉਸ ਮਹੱਤਵ ਤੋਂ ਕੋਈ ਸਿੱਖਿਆ ਲੈ ਕੇ ਆਉਣੀ ਸੀ, ਉਸ ਧਾਰਮਿਕ ਇਤਿਹਾਸ ਤੋਂ ਕੋਈ ਸਿੱਖਿਆ ਲੈ ਕੇ ਆਉਣੀ ਸੀ, ਉੱਥੇ ਕੋਈ ਪ੍ਰਣ ਕਰਕੇ ਆਉਣਾ ਸੀ ਕਿ ਅੱਜ ਤੋਂ ਮੈਂ ਆਪਣੇ ਜੀਵਨ ਦੀ ਜਿਹੜੀ ਇਹ ਬੁਰਾਈ ਹੈ, ਇਸ ਬੁਰਾਈ ਦਾ ਤਿਆਗ ਕਰਨਾ। ਮੈਂ ਅੱਜ ਤੋਂ ਬਾਅਦ ਮੈਂ ਇਹ ਜਿਹੜੀ ਬੁਰਾਈ ਹੈ, ਇਹ ਬੁਰਾਈ ਨਹੀਂ ਕਰਾਂਗਾ। ਪਰ ਅਸੀਂ ਦੇਖਦੇ ਹਾਂ ਕਿ ਲੋਕੀ ਕੇਵਲ ਤੇ ਕੇਵਲ ਬਾਜ਼ਾਰਾਂ ਤੱਕ ਸੀਮਿਤ ਰਹਿ ਜਾਂਦੇ ਨੇ, ਖਰੀਦਦਾਰੀਆਂ ਤੱਕ ਸੀਮਿਤ ਰਹਿ ਜਾਂਦੇ ਨੇ। ਉੱਥੋਂ ਦੇ ਅਧਿਆਤਮਿਕ ਜਾਂ ਉੱਥੋਂ ਦੇ ਰਹੱਸਮਈ ਵਾਤਾਵਰਨ ਦਾ ਜਿਹੜਾ ਆਨੰਦ ਉਠਾਉਣਾ ਹੁੰਦਾ, ਉਸ ਆਨੰਦ ਤੋਂ ਵਾਂਝੇ ਰਹਿ ਜਾਂਦੇ ਨੇ। ਔਰ ਕਬੀਰ ਸਾਹਿਬ ਵੀ ਉਹ ਕਹਿੰਦੇ ਨੇ, ਭਾਈ ਇਹ ਦੁਨੀਆ ਦੇ ਜਿਹੜੇ ਦੋ ਮਤ ਸੀ ਨਾ, ਕਿ ਇਹ ਕੇਵਲ ਤੇ ਕੇਵਲ ਮੂਰਤੀ ਪੂਜਾ ਅਤੇ ਆਪਣੇ ਹੱਜ ਤੱਕ ਹੀ ਸੀਮਿਤ ਰਹਿ ਗਏ। ਓਇਲੇ ਜਾਰੇ ਓਇਲੇ ਗਾਡੇ ਤੇਰੀ ਗੱਤ ਦਹੁ ਨਾ ਪਾਈ। ਕਹਿੰਦੇ ਇੱਕ ਸਾੜੀ ਜਾਂਦੇ ਨੇ, ਇੱਕ ਮਿੱਟੀ ਦੇ ਵਿੱਚ ਗੱਡੀ ਜਾਂਦੇ ਨੇ। ਭਾਵ ਜਦੋਂ ਜੀਵਨ ਖਤਮ ਹੋ ਜਾਂਦਾ ਹੈ, ਸਰੀਰ ਨੂੰ ਚੁੱਕ ਕੇ ਉਹਦਾ ਸੰਸਕਾਰ ਕੀਤਾ ਜਾਂਦਾ ਹੈ, ਅਗਨ ਭੇਟ ਕਰ ਦਿੰਦੇ ਨੇ। ਔਰ ਇਸਲਾਮ ਧਰਮ ਦੀ ਇਹ ਧਾਰਨਾ ਹੈ, ਉਹਨਾਂ ਦਾ ਸਿਧਾਂਤ ਇਹ ਹੈ ਕਿ ਉਹ ਕਬਰ ਦੇ ਵਿੱਚ ਮੁਰਦੇ ਦਾ ਸਰੀਰ ਆ ਜਿਹੜਾ ਉਹ ਦੱਬ ਦਿੰਦੇ ਨੇ, ਗੱਡ ਦਿੰਦੇ ਨੇ। ਕਬੀਰ ਸਾਹਿਬ ਕਹਿੰਦੇ ਦੇਖੋ ਇਦਾਂ ਹੀ ਇਹਨਾਂ ਦਾ ਜੀਵਨ ਆ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ। ਇੱਕ ਸੰਸਕਾਰ ਕਰੀ ਜਾਂਦੇ ਨੇ, ਦੂਜੇ ਉਹ ਮਿੱਟੀ ਦੇ ਵਿੱਚ ਉਹਨਾਂ ਨੂੰ ਦੱਬੀ ਜਾਂਦੇ ਨੇ, ਗੱਡੀ ਜਾਂਦੇ ਨੇ। ਤੇਰੀ ਗੱਤ ਦਹੁ ਨਾ ਪਾਈ। ਪਰ ਐ ਵਾਹਿਗੁਰੂ, ਐ ਅਕਾਲ ਪੁਰਖ, ਤੇਰਾ ਭੇਦ ਜਾਣੇ ਬਿਨਾ ਹੀ ਆਪਣਾ ਜੀਵਨ ਅਸਫਲਾ ਕਰਕੇ ਇਹ ਇਸ ਦੁਨੀਆ ਤੋਂ ਤੁਰੇ ਜਾਵੇਗਾ। ਇਹਨਾਂ ਦੋਹਾਂ ਨੇ ਹੀ ਤੇਰੇ ਨਾਮ ਦਾ ਭੇਦ ਨਹੀਂ ਪਾਇਆ, ਤੇਰੀ ਗੱਤ ਨਹੀਂ ਪਾਈ। ਫਿਰ ਅੱਗੇ ਕਹਿੰਦੇ ਕਵਤ ਪੜੇ ਪਰ ਕਵਤਾ ਮੂਏ, ਕਪੜ ਕਿਦਾਰਾ ਜਾਈ, ਜਿਹੜਾ ਧਾਰ ਧਾਰ ਜੋਗੀ ਹੋਏ, ਤੇਰੀ ਗੱਤ ਇਨਹਿ ਨਾ ਪਾਈ। ਹੁਣ ਵਿਦਵਾਨਾਂ ਦੀ ਗੱਲ ਆ ਗਈ ਕਿ ਜਿਹੜੇ ਵਿਦਵਾਨ ਲੋਕ ਨੇ ਉਹ ਵੀ ਕਵਿਤਾਵਾਂ ਗਾ ਰਹੇ ਨੇ, ਕਵਿਤਾਵਾਂ ਲਿਖ ਰਹੇ ਨੇ।
ਕਵਿਤ ਪੜ੍ਹੇ ਪਰ ਕਵਿਤਾ ਹੋਏ, ਇਹਦੀਆਂ ਕਵਿਤਾਵਾਂ ਪੜ੍ਹ ਕੇ, ਕਵਿਤਾਵਾਂ ਲਿਖ ਕੇ, ਉਹ ਵੀ ਇੱਦਾਂ ਹੀ ਉਹਨਾਂ ਦਾ ਜੀਵਨ ਆ ਜਿਹੜਾ ਜੀਵਨ ਲੀਲਾ ਜਿਹੜੀ ਸਮਾਪਤ ਹੁੰਦੀ ਜਾ ਰਹੀ ਹੈ। ਜਟਾ ਧਾਰ ਧਾਰ ਜੋਗੀ ਹੋਵੇ ਤੇਰੀ ਗਤ ਕਿਨਹਿ ਨਾ ਪਾਈ। ਜੋਗੀ ਲੋਕ ਜਿਨ੍ਹਾਂ ਨੇ ਰੱਬ ਨੂੰ ਪਾਉਣ ਵਾਸਤੇ ਜੋਗ ਧਾਰਨ ਕੀਤਾ, ਲੰਮੀਆਂ ਲੰਮੀਆਂ ਜਟਾਂ ਰੱਖੀਆਂ, ਜਟਾਵਾਂ ਰੱਖੀਆਂ, ਇੱਕ ਭੇਖ ਬਣਾਇਆ। ਉਸ ਭੇਖ ਦੇ ਦੁਆਰਾ ਸੰਸਾਰ ਤੋਂ ਵੀ ਮੁਕਰ ਹੋਏ, ਜੰਗਲਾਂ ਦੇ ਵਿੱਚ ਵੀ ਵਾਸਾ ਕੀਤਾ। ਉੱਥੇ ਜਾ ਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੇ ਲਈ ਧੂਣੀਆਂ ਧੁਖਾਈਆਂ, ਲੰਬਾ ਸਮਾਂ ਤਪ ਕੀਤਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਹੀ ਵਚਨ ਕਰਦੇ ਨੇ, ਕਾਹੇ ਰੇ ਬਣ ਖੋਜਣ ਜਾਈ। ਐ ਭਾਈ, ਤੂੰ ਇਸ ਸੰਸਾਰ ਦੇ ਵਿੱਚ ਰਹਿ ਕੇ ਹੀ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਹੈ, ਉਹਦੀ ਬੰਦਗੀ ਕਰਨੀ ਹੈ। ਤੂੰ ਇੱਥੇ ਸੰਸਾਰ ਦੇ ਵਿੱਚ ਰਹਿ ਕੇ ਉਪਰਾਮ ਹੋਣਾ ਹੈ। ਕਿਵੇਂ? ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਸਾਣਾ। ਜਿਵੇਂ ਕਹਿੰਦੇ ਕਮਲ ਦਾ ਜਿਹੜਾ ਫੁੱਲ ਹੈ ਨਾ, ਉਹ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਚਿੱਕੜ ਤੋਂ ਰਹਿਤ ਰਹਿੰਦਾ ਹੈ। ਉਹਦੇ ਪੱਤਿਆਂ ਦੇ ਉੱਪਰ ਉਹ ਚਿੱਕੜ ਹੈ ਜਿਹੜਾ ਉਹ ਜੰਮਦਾ ਨਹੀਂ ਕਦੇ ਵੀ। ਜਿਸ ਤਰ੍ਹਾਂ ਮੁਰਗਾਵੀ ਹੈ ਜਿਹੜੀ, ਉਹ ਪਾਣੀ ਦੇ ਵਿੱਚ ਚੁੱਭੀ ਮਾਰੇ, ਪਾਣੀ ਵਿੱਚ ਚੁੱਭੀ ਮਾਰਿਆ ਵੀ ਉਹਦੇ ਜਿਹੜੇ ਪੰਖ ਹੈ ਉਹ ਕਦੇ ਗਿੱਲੇ ਨਹੀਂ ਹੁੰਦੇ, ਉਹ ਸੁੱਕੇ ਹੀ ਰਹਿੰਦੇ ਨੇ। ਭਾਵ ਪਾਣੀ ਉਹਨਾਂ ਦੇ ਉੱਪਰ ਜਾਂ ਉਹਨਾਂ ਦੇ ਵਿੱਚ ਖੜਦਾ ਨਹੀਂ। ਇਸ ਤਰ੍ਹਾਂ ਹੈ ਬੰਦਿਆ, ਤੂੰ ਵੀ ਇਸ ਸੰਸਾਰ ਦੇ ਵਿੱਚ ਮਾਇਆ ਤੋਂ ਉਪਰਾਮਤਾ ਪ੍ਰਾਪਤ ਕਰਨੀ ਹੈ। ਤੂੰ ਆਪਣੇ ਗ੍ਰਸਥ ਧਰਮ ਦੇ ਵਿੱਚ ਪਰਪੱਕ ਰਹਿਣਾ ਹੈ। ਇਸ ਗ੍ਰਸਥ ਧਰਮ ਦੇ ਵਿੱਚ ਰਹਿੰਦੇ ਹੋਏ ਤੂੰ ਇਸ ਮਾਇਆ ਦੇ ਪੁੱਤਰਾਂ ਤੋਂ, ਇਸ ਮਾਇਆ ਤੋਂ ਉਪਰਾਮਤਾ ਪ੍ਰਾਪਤ ਕਰਨੀ ਹੈ। ਤੂੰ ਇਸ ਮਾਇਆ ਨੂੰ ਆਪਣੇ ਉੱਪਰ ਪ੍ਰਭਾਵ ਨਹੀਂ ਪਾਉਣ ਦੇਣਾ। ਇਸ ਮਾਇਆ ਦੇ ਕਲਾਵੇ ਦੇ ਵਿੱਚ ਨਹੀਂ ਤੈ ਆਉਣਾ ਹੈ, ਇਸ ਤੋਂ ਬਚ ਕੇ ਰਹਿਣਾ ਹੈ। ਹੁਣ ਇਹ ਜਿਹੜੇ ਕਰਮ ਕਾਂਡ ਨੇ, ਮੂਰਤੀ ਪੂਜਾ, ਉਹਨੇ ਪੈਦਾ ਕਿੱਥੋਂ ਹੁੰਦੇ ਨੇ? ਜਿਸ ਵਕਤ ਆਪਾਂ ਆਦਮ ਮਨੁੱਖ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਜਿਹੜੀਆਂ ਕੁਦਰਤੀ ਸ਼ਕਤੀਆਂ ਦਾ ਵਰਤਾਰਾ ਵਰਤਦਾ ਸੀ, ਜਿਵੇਂ ਕਿ ਬਿਜਲੀ ਦਾ ਗਰਜਣਾ, ਅਸਮਾਨੀ ਬਿਜਲੀ ਦਾ ਗਰਜਣਾ, ਮੀਂਹ ਆਉਣੇ, ਹਨੇਰੀਆਂ ਝੱਖੜ ਆਉਣੇ, ਤੂਫਾਨ ਆਉਣੇ, ਭੂਚਾਲ ਆਉਣੇ। ਉਸ ਵੇਲੇ ਦਾ ਜਿਹੜਾ ਆਦਮ ਮਨੁੱਖ ਸੀ ਉਹ ਅਜੇ ਅਵਚੇਤਨ ਅਵਸਥਾ ਦੇ ਵਿੱਚ ਸੀ। ਭਾਵ ਉਹਦੀ ਬੁੱਧੀ ਦਾ ਅਜੇ ਜ਼ਿਆਦਾ ਵਿਕਾਸ ਨਹੀਂ ਸੀ ਹੋਇਆ। ਉਹ ਜੰਗਲਾਂ ਦੇ ਵਿੱਚ ਰਹਿ ਕੇ ਹੀ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ, ਕੰਦ ਮੂਲ ਖਾ ਕੇ ਆਪਣਾ ਪੇਟ ਭਰਿਆ ਕਰਦਾ ਸੀ, ਸ਼ਿਕਾਰ ਕਰਕੇ ਆਪਣਾ ਪੇਟ ਭਰਿਆ ਕਰਦਾ ਸੀ। ਆਪਣੇ ਤਨ ਨੂੰ ਢੱਕਣ ਦੇ ਲਈ ਉਹ ਦਰਖਤਾਂ ਦੇ ਜਿਹੜੇ ਪੱਤੇ ਸੀ, ਟਹਿਣੀਆਂ ਸੀ, ਉਹਨਾਂ ਦੀ ਵਰਤੋਂ ਕਰਿਆ ਕਰਦਾ ਸੀ। ਜਦੋਂ ਇਹ ਕੁਦਰਤੀ ਆਫਤਾਂ ਉਸ ਨੂੰ ਡਰਾਉਂਦੀਆਂ ਸੀ ਤਾਂ ਉਸਨੇ ਇਹਨਾਂ ਕੁਦਰਤੀ ਆਫਤਾਂ ਤੋਂ ਬਚਣ ਦੇ ਲਈ ਜਿਉਂ-ਜਿਉਂ ਇਸ ਦੀ ਬੁੱਧੀ ਦਾ ਵਿਕਾਸ ਹੋਇਆ, ਇਸਨੇ ਹਰੇਕ ਕੁਦਰਤੀ ਆਫਤ ਦਾ ਆਪਣਾ ਇੱਕ ਦੇਵਤਾ ਮਿੱਥ ਲਿਆ। ਮਿੱਥਿਆ ਮਨ ਦੇ ਨਾਲ ਮਿੱਥਿਆ, ਜਿਸ ਤੋਂ ਇਹ ਇੱਕ ਈਸ਼ਵਰਵਾਦ, ਬਹੁ ਈਸ਼ਵਰਵਾਦ ਦਾ ਜਿਹੜਾ ਸਿਧਾਂਤ ਸੀ ਉਹ ਪੈਦਾ ਹੋਇਆ। ਬਹੁ ਦੇਵਵਾਦ ਦਾ ਜਿਹੜਾ ਸਿਧਾਂਤ ਸੀ ਉਹ ਨਿਕਲ ਕੇ ਸਾਹਮਣੇ ਆਉਂਦਾ ਹੈ। ਉਸਨੇ ਪਾਣੀ ਦਾ ਦੇਵਤਾ ਅਲੱਗ ਮੰਨ ਲਿਆ, ਉਸਨੇ ਹਵਾ ਦਾ ਦੇਵਤਾ ਅਲੱਗ ਮੰਨ ਲਿਆ, ਉਸਨੇ ਇਹ ਜਿਹੜੀਆਂ ਅਸਮਾਨੀ ਬਿਜਲੀਆਂ ਤੋਂ ਉਹਨੂੰ ਡਰ ਆਉਂਦਾ ਸੀ ਉਹ ਵੱਖਰਾ। ਜਦੋਂ ਅਸੀਂ ਧਾਰਮਿਕ ਫਿਲਾਸਫੀ ਪੜ੍ਹਾਂਗੇ ਤਾਂ ਉਸ ਵੇਲੇ ਸਾਨੂੰ ਮਾਨਾ, ਟੈਬੂ, ਟੋਟਮ, ਇਹੋ ਜਿਹੇ ਜਿਹੜੇ ਇਹ ਕੁਦਰਤੀ ਸ਼ਕਤੀਆਂ ਜਾਂ ਉਹ ਸਾਨੂੰ ਪੜ੍ਹਨ ਨੂੰ ਮਿਲਣਗੇ। ਇਸੇ ਤਰ੍ਹਾਂ ਅੱਜ ਦੇ ਸਮੇਂ ਸਾਡੇ ਧਰਮਾਂ ਦੇ ਵਿੱਚ ਇਹ ਪਿਛਲੇ ਸਮੇਂ ਤੋਂ ਹੀ ਚੱਲਦੇ ਆ ਰਹੇ ਨੇ। ਜਦ ਕਿ ਭਾਵੇਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਇਹਨਾਂ ਤੋਂ ਸੁਚੇਤ ਹੋਣ ਲਈ ਪ੍ਰੇਰਣਾ ਕਰਦੇ ਨੇ। ਗੁਰਬਾਣੀ ਸਾਨੂੰ ਬਾਰ-ਬਾਰ ਪ੍ਰੇਰਣਾ ਕਰਦੀ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੱਡੀ ਤਾਕਤ ਨਹੀਂ। ਪਰ ਫਿਰ ਵੀ ਇਹ ਮਨੁੱਖ ਹੈ ਜਿਹੜਾ ਇਸਨੇ ਅਗਿਆਨਤਾ ਦੇ ਵਸ ਹੋਣ ਕਰਕੇ ਇਹ ਵੱਖਰੀਆਂ ਵੱਖਰੀਆਂ ਸ਼ਕਤੀਆਂ ਦੇ ਅਧੀਨ ਹੋਇਆ ਪਿਆ। ਇਹ ਫਿਰ ਵੀ ਪਤਾ ਨਹੀਂ ਕਿਉਂ ਇਹਨਾਂ ਸ਼ਕਤੀਆਂ ਤੋਂ ਡਰਦਾ ਹੈ।
ਜਿਵੇਂ ਪਿੰਡਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਲੋਕ ਨੇ ਜਿਹੜੇ ਉਹ ਸਿਆਣਿਆਂ ਕੋਲੋਂ ਜਾਣੋਂ ਨਹੀਂ ਹਟਦੇ, ਧਾਗੇ ਤਵੀਤ ਪਾਉਣੋਂ ਨਹੀਂ ਹਟਦੇ। ਕਿਸੇ ਦੇ ਘਰ ਦੇ ਵਿੱਚ ਰੋੜੀਆਂ ਡਿੱਗ ਰਹੀਆਂ ਨੇ, ਕਿਸੇ ਦੇ ਖੂਨ ਦੇ ਛਿੱਟੇ ਆ ਰਹੇ ਨੇ। ਦੁੱਖਾਂ ਤੋਂ ਬਚਣ ਵਾਸਤੇ, ਹੱਲ ਕਰਵਾਉਣ ਦੇ ਲਈ ਉਹ ਸਿਆਣਿਆਂ ਕੋਲੇ ਪੁੱਛਾਂ ਦਾ ਜਿਹੜਾ ਕੰਮ ਹੈ ਉਹ ਪਤਾ ਕਰਨ ਵਾਸਤੇ ਜਾਂਦੇ ਨੇ, ਜਦ ਕਿ ਇਹੋ ਕੁਝ ਵੀ ਨਹੀਂ। ਗੁਰਬਾਣੀ ਸਿੱਖ ਨੂੰ ਵਾਰ-ਵਾਰ ਸੁਚੇਤ ਕਰਦੀ ਹੈ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਕਿ ਬੰਦਿਆ ਸਾਵਧਾਨ ਹੋ, ਕਿਸੇ ਦੁਬਿਧਾ ਵਿੱਚ ਤੈਨੂੰ ਪੈਣ ਦੀ ਲੋੜ ਨਹੀਂ, ਕਿਸੇ ਮੜੀ ਮਸਾਣ ਦੀ ਪੂਜਾ ਕਰਨ ਦੀ ਤੈਨੂੰ ਲੋੜ ਨਹੀਂ। ਤੂੰ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਬਣ ਕੇ ਰਹਿ। ਤੂੰ ਸ਼ਬਦ ਗੁਰੂ ਦੇ ਨਾਲ ਜੁੜ ਕੇ ਰਹਿ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਰਨ ਗੁਰ ਕੀ ਸੇਵਾ। ਤੂੰ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਕਰ, ਸ਼ਬਦ ਗੁਰੂ ਦੇ ਨਾਲ ਜੁੜ। ਗੁਰੂ ਦੀ ਸੱਚੀ ਸੇਵਾ ਤੇਰੇ ਲਈ ਸੱਚਾ ਇਸ਼ਨਾਨ ਹੈ। ਸੇਵਾ ਦੇ ਨਾਲ ਜੁੜੇਗਾ ਤੇ ਸੇਵਾ ਦੇ ਨਾਲ ਹੀ ਤੇਰੇ ਮਨ ਦਾ ਜਿਹੜਾ ਇਸ਼ਨਾਨ ਹੋ ਜਾਵੇਗਾ, ਮਨ ਦੀ ਮੈਲ ਹੈ ਜਿਹੜੀ ਉਹ ਦੂਰ ਹੋ ਜਾਵੇਗਾ। ਤੈਨੂੰ ਕਿਸੇ ਮੂਰਤੀ ਪੂਜਾ ਕਰਨ ਦੀ ਲੋੜ ਨਹੀਂ। ਅਸੀਂ ਘਰਾਂ ਦੇ ਵਿੱਚ ਗੁਰੂ ਨਾਨਕ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ, ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਬਣਾ ਲਾਈਆਂ ਹੋਈਆਂ ਨੇ। ਉਹ ਵੀ ਕੀ ਹੈ? ਇੱਕ ਮੂਰਤੀ ਪੂਜਾ ਹੀ ਹੈ। ਜਦ ਕਿ ਉਸ ਵੇਲੇ ਅਸੀਂ ਸੋਚੀਏ, ਉਸ ਵੇਲੇ ਨਾ ਤੇ ਕੋਈ ਕੈਮਰੇ ਵਾਲਾ ਸੀ, ਨਾ ਕੋਈ ਹੱਥੀ ਚਿੱਤਰ ਬਣਾ ਸਕਦਾ ਸੀ। ਇਤਿਹਾਸ ਦੇ ਵਿੱਚ ਜੇਕਰ ਆਇਆ ਤੇ ਨੌਵੇਂ ਪਾਤਸ਼ਾਹ ਜੀ ਦਾ ਚਿੱਤਰ ਆਇਆ। ਬਲਾਕੀ ਦਾਸ ਨਾਮ ਹੁੰਦਾ ਨਾ, ਉਹ ਬਣਾਉਂਦਾ। ਔਰ ਉਹ ਚਿੱਤਰ ਵੀ ਅਧੂਰਾ ਰਹਿੰਦਾ ਹੈ, ਜਦ ਕਿ ਉਸ ਚਿੱਤਰ ਨੂੰ ਪੂਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਹੱਥੀਂ ਕਰਦੇ ਨੇ। ਉਸ ਤੋਂ ਬਾਅਦ ਪਟਨੇ ਦੀ ਧਰਤੀ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਚਿੱਤਰ ਪਿਆ ਹੋਇਆ, ਇਸ ਦੇ ਦਰਸ਼ਨ ਕਰਵਾਏ ਜਾਂਦੇ ਨੇ। ਇਸ ਤੋਂ ਪਹਿਲਾਂ ਕਿਸੇ ਗੁਰੂ ਸਾਹਿਬਾਨ ਦਾ ਕੋਈ ਚਿੱਤਰ ਨਹੀਂ। ਉਹ ਕਿਹੋ ਜਿਹੇ ਸੀ, ਕਿਹੋ ਜਿਹਾ ਉਹਨਾਂ ਦਾ ਪਹਿਰਾਵਾ ਸੀ, ਜਾਂ ਕਿਹੋ ਜਿਹਾ ਉਹਨਾਂ ਦੀ ਸ਼ਕਲ ਸੂਰਤ ਸੀ, ਇਹ ਕਿਸੇ ਨੂੰ ਨਹੀਂ ਪਤਾ। ਉਹਨਾਂ ਨੇ ਕੇਵਲ ਇਹੋ ਕਿਹਾ ਕਿ ਜੇਕਰ ਸਾਨੂੰ ਬਚਣਾ, ਸਾਨੂੰ ਵੇਖਣਾ, ਦਰਸ਼ਨ ਕਰਨੇ ਨੇ, ਜਦ ਕਿ ਅਸੀਂ ਫਿਰ ਵੀ ਸਰੀਰ ਰੂਪ ਹਾਂ। ਸਰੀਰ ਨਾਲ ਜੁੜਨ ਦੇ ਲਈ ਉਹਨਾਂ ਨੇ ਸਾਨੂੰ ਕਦੇ ਪ੍ਰੇਰਣਾ ਨਹੀਂ ਕੀਤੀ। ਉਹਨਾਂ ਕਦੇ ਨਹੀਂ ਕਿਹਾ ਕਿ ਸਾਡੇ ਨਾਲ ਜੁੜੋ। ਉਹਨਾਂ ਨੇ ਕਿਹਾ ਕਿ ਅਕਾਲ ਪੁਰਖ ਦੇ ਨਾਮ ਨਾਲ, ਅਕਾਲ ਪੁਰਖ ਦੀ ਬਾਣੀ ਦੇ ਨਾਲ ਜੁੜੋ। ਬਾਣੀ ਤੁਹਾਨੂੰ ਕੀ ਪ੍ਰੇਰਣਾ ਕਰ ਰਹੀ ਹੈ, ਕੀ ਸੋਝੀ ਦੇ ਰਹੀ ਹੈ, ਤੁਸੀਂ ਉਸ ਬਾਣੀ ਨੂੰ ਸੁਣ ਕੇ, ਪੜ੍ਹ ਕੇ, ਸਮਝ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੋ। ਜਿਸ ਤਰ੍ਹਾਂ ਅੱਜ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਉਸ ਵੇਲੇ ਦੇ ਜਿਹੜੇ ਹਿੰਦੂ ਲੋਕ ਸੀ ਉਹ ਕੇਵਲ ਮੂਰਤੀ ਪੂਜਾ ਤੱਕ ਸੀਮਤ ਰਹੇ। ਬ੍ਰਾਹਮਣ ਨੇ 4 ਪ੍ਰਕਾਰ ਦੀ ਉਸ ਵੇਲੇ ਵਰਣ ਵੰਡ ਕੀਤੀ ਹੋਈ ਸੀ। ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਔਰ ਸ਼ੂਦਰ ਨੂੰ ਤੇ ਮੰਦਿਰਾਂ ਤੱਕ ਪਹੁੰਚਣ ਦਾ ਅਧਿਕਾਰ ਹੀ ਨਹੀਂ ਸੀ। ਉਹ ਤਾਂ ਜੇ ਪਹੁੰਚ ਵੀ ਜਾਂਦਾ ਤੇ ਧੱਕੇ ਮਾਰ ਕੇ ਉਹਨੂੰ ਮੰਦਿਰ ਚੋਂ ਬਾਹਰ ਕੱਢਿਆ ਜਾਂਦਾ ਸੀ। ਉਹਦੀ ਤੇ ਇਤਨੀ ਕੁ ਤਰਸਯੋਗ ਹਾਲਤ ਸੀ ਕਿ ਉਹ ਤੇ ਪ੍ਰਮਾਤਮਾ ਦਾ ਨਾਮ ਵੀ ਆਪਣੇ ਮੁਖ ਤੋਂ ਲੈ ਨਹੀਂ ਸੀ ਸਕਦਾ। ਜੇ ਪਤਾ ਲੱਗ ਜਾਂਦਾ ਤੇ ਕਤਲ ਕਰ ਦਿੱਤਾ ਜਾਂਦਾ ਸੀ। ਇਤਨੀ ਤਰਸਯੋਗ ਹਾਲਤ ਸੀ ਸ਼ੂਦਰ ਦੀ, ਜਿਨ੍ਹਾਂ ਨੂੰ ਅੱਜ ਸਮਾਜ ਦੇ ਵਿੱਚ ਦਲਿਤ ਕਿਹਾ ਜਾਂਦਾ ਹੈ। ਅੱਜ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਅਮੀਰ ਖਾਨਦਾਨੀ ਜ਼ਿਮੀਂਦਾਰ ਅਖਵਾਉਂਦੇ ਨੇ, ਜੇ ਪਿਛੋਕੜ ਦੇ ਵਿੱਚ ਇਹਨਾਂ ਦਾ ਇਤਿਹਾਸ ਪੜ੍ਹੀਏ ਨਾ ਕਿ ਜਿਹੜੇ ਜੱਟ ਨੇ ਇਹ ਵੀ ਸ਼ੂਦਰ ਦੀ ਕੈਟਾਗਰੀ ਦੇ ਵਿੱਚ ਹੀ ਆਉਂਦੇ ਸੀ। ਉਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਡੇ ਉੱਪਰ ਮਿਹਰ ਦੀ ਨਜ਼ਰ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਬਖਸ਼ੀਆਂ, ਸਾਨੂੰ ਮਹਾਰਾਜੇ ਬਣਾ ਦਿੱਤਾ, ਸਾਨੂੰ ਜ਼ਮੀਨਦਾਰ ਬਣਾ ਦਿੱਤਾ, ਜਿਸ ਤੋਂ ਅਸੀਂ ਅੱਜ ਖਾਨਦਾਨੀ ਕਹਾਉਂਦੇ ਹਾਂ। ਇਹ ਸਾਰੀ ਮਿਹਰ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਈ ਹੈ। ਜਿਸ ਬਾਬਾ ਬੰਦਾ ਸਿੰਘ ਬਹਾਦਰ ਦੇ 5 ਸਾਲ ਦੇ ਪੁੱਤਰ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਕਿਉਂ? ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਥਾਪੜਾ ਲੈ ਕੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਸੀ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਹਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ। ਸਮਾਣੇ ਦੇ ਜਿਹੜੇ ਜਲਾਦ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ।
ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ। ਚੱਪੜਚਿੜੀ ਦੇ ਸਥਾਨ ਦੇ ਉੱਪਰ ਲੜਾਈ ਹੋਈ ਮੁਹਾਲੀ ਦੇ ਕੋਲ। ਇਤਨਾ ਵੱਡਾ ਇਤਿਹਾਸ ਹੈ ਸਾਡਾ। ਸੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਭਲਿਓ ਐਵੇਂ ਆਪਣਾ ਜੀਵਨ ਇਹਨਾਂ ਮੂਰਤੀਆਂ ਦੇ ਪਿੱਛੇ ਲੱਗ ਕੇ, ਇਹਨਾਂ ਕਰਮਕਾਂਡਾਂ ਪਖੰਡਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਵਿਅਰਥ ਨਾ ਗਵਾਓ। ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਤ ਨਹਿ ਨਾ ਪਾਈ। ਇਹਨਾਂ ਜੋਗੀਆਂ ਨੇ ਵੀ ਹੈ ਸਤਿਗੁਰੂ ਜੀ ਤੇਰਾ ਭੇਦ ਨਹੀਂ ਜਾਣਿਆ। ਲੰਬੇ ਲੰਬੇ ਕੇਸ ਭਾਵੇਂ ਇਹਨਾਂ ਨੇ ਵਧਾਏ, ਜਟਾਂ ਬਣਾਈਆਂ ਆਪਣੀਆਂ। ਅਸੀਂ ਦੇਖਦੇ ਹਾਂ ਨਾ ਜਟਾਂ ਵਾਲੇ ਸਾਧੂ, ਪਰ ਇਹ ਵੀ ਨਹੀਂ ਹੈਗਾ ਕਿ ਇੱਥੇ ਦੁਨੀਆ ਦੇ ਵਿੱਚ ਕੋਈ ਸਾਧੂ ਹੈ ਨਹੀਂਗਾ। ਬੇਅੰਤ ਸਾਧੂ ਹੈਗੇ ਨੇ, ਪਰ ਉਹ ਭੇਖੀ ਨਹੀਂ ਹੈਗੀ, ਉਹ ਲਾਲਚੀ ਨਹੀਂ ਹੈਗੀ। ਉਹਨਾਂ ਦੀ ਬਿਰਤੀ ਹੈ ਜਿਹੜੀ ਉਹ ਪਰਉਪਕਾਰ ਵਾਲੀ ਹੋਵੇਗੀ। ਉਹ ਤੁਹਾਨੂੰ ਜਦੋਂ ਵੀ ਮਿਲਣਗੇ, ਤੁਹਾਡੇ ਨਾਲ ਜਦੋਂ ਵੀ ਵਿਚਾਰ ਸਾਂਝੀ ਕਰਨਗੇ, ਉਹ ਤੁਹਾਨੂੰ ਕੇਵਲ ਇਹੋ ਕਹਿਣਗੇ ਕਿ ਰੱਬ ਦੇ ਨਾਲ ਜੁੜੋ, ਪਰਮਾਤਮਾ ਦਾ ਨਾਮ ਲਓ, ਪਰਮਾਤਮਾ ਦਾ ਸਿਮਰਨ ਕਰੋ, ਸੇਵਾ ਕਰੋ ਤੇ ਪਰਉਪਕਾਰੀ ਬਿਰਤੀ ਰੱਖੋ, ਸੰਤ ਸੁਭਾਅ ਬਣ ਕੇ ਰਹੋ, ਮਨ ਨੂੰ ਸਾਧ ਕੇ ਰੱਖੋ। ਪਰ ਅੱਜ ਦੇ ਬਹੁਤੇ ਜਿਹੜੇ ਸਾਧੂ ਨੇ ਆਪਾਂ ਵੇਖਦੇ ਹਾਂ, ਉਹ ਜ਼ਿਆਦਾਤਰ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਨੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਨਿੱਜੀ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ ਰਹਿਣ। ਅੰਨ ਧਨ ਵਸਤਰ ਜਿੰਨਾ ਵੀ ਹੈ, ਜੋ ਵੀ ਉਹਨਾਂ ਦੀਆਂ ਲੋੜਾਂ ਨੇ ਉਹ ਲੋਕਾਂ ਤੋਂ ਪੂਰੀਆਂ ਹੁੰਦੀਆਂ ਰਹਿਣ। ਪਰ ਉਹ ਹੁੰਦੀਆਂ ਵੀ ਨੇ, ਉਹ ਜਿੰਨਾ ਪਖੰਡ ਕਰਦੇ ਨੇ, ਜਿੰਨੇ ਕਰਮਕਾਂਡ ਉਹ ਕਰਦੇ ਨੇ, ਉਹ ਉਹਨੇ ਕਾਮਯਾਬ ਨੇ। ਸਾਡੇ ਲੋਕ ਉਹਨੇ ਹੀ ਮੂਰਖ ਬਣਦੇ ਨੇ। ਦਰਬ ਸੰਤ ਸੰਤ ਰਾਜੇ ਪੂਏ, ਗੜਲੇ ਕੰਚਰ ਭਾਰੀ। ਹੁਣ ਰਾਜਿਆਂ ਦੀ ਗੱਲ ਕੀਤੀ ਹੈ ਕਬੀਰ ਸਾਹਿਬ ਨੇ। ਕਹਿੰਦੇ ਇਹ ਜਿਹੜੇ ਰਾਜੇ ਨੇ ਨਾ, ਦਰਬ ਕਹਿੰਦੇ ਨੇ ਧਨ ਨੂੰ, ਸੰਚ ਸੰਚ ਭਾਵ ਜੋੜ ਜੋੜ ਕੇ। ਜਿਹੜੇ ਰਾਜੇ ਸੀ ਕਹਿੰਦੇ ਇਹ ਵੀ ਧਨ ਨੂੰ ਜੋੜ ਜੋੜ ਕੇ ਮਰ ਗਏ। ਵੱਡੇ ਵੱਡੇ ਮੱਠ ਇਹਨਾਂ ਨੇ ਧਨ ਪਦਾਰਥਾਂ ਦੇ ਭਰੇ, ਜ਼ਮੀਨਾਂ ਦੇ ਵਿੱਚ ਗੱਡੇ ਲੁਕੋ ਕੇ ਰੱਖੇ, ਕਿਤੇ ਕੋਈ ਹੋਰ ਨਾ ਖੋਹ ਕੇ ਲੈ ਜਾਵੇ, ਹੱਲਾ ਨਾ ਬੋਲਦੇ ਵੇਖਦੇ ਇਹ ਧਨ ਦੌਲਤ ਸਾਡੇ ਤੋਂ ਖੋਹ ਕੇ ਨਾ ਲੈ ਜਾਵੇ। ਪਰ ਧਰਤੀ ਦੇ ਵਿੱਚ ਹੀ ਗੱਡੇ ਰਹਿ ਗਏ। ਇਹਨਾਂ ਦੇ ਬਣਾਏ ਸੋਹਣੇ ਸੋਹਣੇ ਮਹਿਲ ਮਾੜੀਆਂ ਉਹ ਵੀ ਉੱਥੇ ਹੀ ਪਏ ਰਹਿ ਗਏ। ਜੀਵਨ ਲੀਲਾ ਸਮਾਪਤ ਹੋ ਗਈ। ਜੇ ਉਸ ਧਨ ਨੂੰ ਪ੍ਰਜਾ ਦੇ ਹਿੱਤ ਵਾਸਤੇ ਵਰਤਿਆ ਹੁੰਦਾ, ਕਿਉਂਕਿ ਰਾਜੇ ਦਾ ਫਰਜ਼ ਹੁੰਦਾ ਹੈ ਕਿ ਉਹ ਪ੍ਰਜਾ ਦੀ ਰਖਵਾਲੀ ਕਰੇ, ਪ੍ਰਜਾ ਦਾ ਧਿਆਨ ਰੱਖੇ, ਲੋੜਵੰਦਾਂ ਦੀ ਮਦਦ ਕਰੇ, ਆਪਣੀ ਪ੍ਰਜਾ ਨੂੰ ਖੁਸ਼ ਰੱਖੇ। ਪਰ ਅਗਿਆਨਤਾ ਹੋਣ ਕਾਰਨ ਉਹਨੂੰ ਸਿੱਧਾ ਰਾਹ ਕਿਸੇ ਨੇ ਨਹੀਂ ਦਿਖਾਇਆ। ਉਹ ਜਿਹੜੇ ਰਾਜੇ ਸੀ ਨਾ, ਉਹ ਵੀ ਅਗਿਆਨਤਾ ਵਸ ਹੋਣ ਕਰਕੇ ਆਪਣਾ ਜੀਵਨ ਇੱਦਾਂ ਹੀ ਖਤਮ ਕਰਕੇ ਇੱਥੋਂ ਚਲੇ ਗਏ। ਪਰ ਇਹ ਗੱਲ ਸੱਚ ਹੈ ਕਿ ਇਸ ਦੁਨੀਆ ਦੇ ਵਿੱਚ ਜੋ ਵੀ ਆਉਂਦਾ ਹੈ ਨੰਗੇ ਹੱਥੀ ਆਉਂਦਾ ਹੈ, ਖਾਲੀ ਹੱਥੀ ਆਉਂਦਾ ਹੈ ਔਰ ਖਾਲੀ ਹੋਈ ਜਾਂਦਾ ਹੈ। ਕੋਈ ਕੁਝ ਵੀ ਨਾਲ ਨਹੀਂ ਲੈ ਕੇ ਜਾਂਦਾ। ਜੇਕਰ ਕੋਈ ਨਾਲ ਜਾਂਦਾ ਹੈ ਤਾਂ ਉਹਦੀ ਭਜਨ ਬੰਦਗੀ ਸੇਵਾ ਕੀਤੀ ਹੋਈ ਕਮਾਈ ਹੈ ਜਿਹੜੀ ਕੇਵਲ ਉਹੀ ਨਾਲ ਜਾਂਦੀ ਹੈ। ਬਾਕੀ ਜੋ ਜੋ ਵੀ ਕਰਦਾ ਉਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਬਹੁ ਪ੍ਰਪੰਚ ਕਰ ਤਨ ਲਿਆਵੈ, ਸੁਧਾਰਾ ਪੈ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ। ਕੁਝ ਨਹੀਂ ਨਾਲ ਜਾਣਾ, ਸਭ ਕੁਝ ਇੱਥੇ ਰਹਿ ਜਾਣਾ। ਇਸ ਲਈ ਇਸ ਦੁਨੀਆ ਦੇ ਵਿੱਚ ਜਿਤਨੇ ਕਰਮਕਾਂਡ ਅਸੀਂ ਕਰਦੇ ਹਾਂ ਉਹਨਾਂ ਤੋਂ ਸੁਚੇਤ ਹੋਈਏ। ਜਿਵੇਂ ਕਿ ਸ਼ਰਾਬ ਹੈ, ਸਾਡੇ ਸਿੱਖਾਂ ਦੇ ਵਿੱਚ ਵੀ ਜਦੋਂ ਸ਼ਰਾਧਾਂ ਦੀ ਮਸਲਾ ਆਉਂਦੀ ਹੈ ਨਾ, ਵੇਖਦੇ ਆ ਉਦੋਂ ਬੜੇ ਲੰਗਰ ਚਲਾਏ ਜਾਂਦੇ ਨੇ, ਸ਼ਰਾਧਾਂ ਦੇ ਮੇਲੇ ਮਨਾਏ ਜਾਂਦੇ ਨੇ, ਮਰਿਆ ਹੋਇਆਂ ਦੇ ਸ਼ਰਾਧ ਮਨਾਏ ਜਾਂਦੇ ਨੇ। ਪਰ ਗੁਰਮਤ ਕਹਿੰਦੀ ਇੱਕ ਵਾਰ ਜਿਹੜਾ ਇਸ ਦੁਨੀਆ ਤੋਂ ਚਲਿਆ ਗਿਆ ਉਹ ਉਹਦੀ ਜੀਵਨ ਲੀਲਾ ਸਮਾਪਤ ਹੈ। ਅੱਗੇ ਉਹ ਕਿੱਥੇ ਗਿਆ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਪਰ ਸਾਡੇ ਲੋਕ ਫਿਰ ਵੀ ਨਹੀਂ ਹਟਦੇ, ਜਦ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਪਰ ਫਿਰ ਵੀ ਉਹ ਇਸ ਗੱਲ ਤੋਂ ਕਿਨਾਰਾ ਕਰਕੇ ਜਾਣ ਬੁੱਝ ਕੇ ਫਿਰ ਵੀ ਉਹਨਾਂ ਨੇ ਕਰਨਾ ਹੀ ਕਰਨਾ ਕਿ ਸਮਾਜ ਦੇ ਲੋਕ ਕੀ ਆਖਣਗੇ, ਇਹਨੇ ਆਪਣੇ ਬਾਪੂ ਦੀ ਵਰਸੀ ਨਹੀਂ ਮਨਾਈ। ਫਿਰ ਭਾਂਤ ਭਾਂਤ ਦੇ ਪਕਵਾਨ ਤਾਂ ਕਿ ਲੋਕ ਕਹਿਣ ਵਾਹ ਵਾਹ ਕਮਾਲ ਕਰਦੀ ਭਾਈ।
बड़े मिठे पकवान बनाए, बहुत भांत दे बनाए, प्रकार प्रकार दे, पर बाणी तो कोहां दूर, गुरु की सिक्ख्या तो कोहां दूर। बाणी कहती जीवत पितर ना मानै को, मोए सराध कराही, पितर की बपरे कह क्यों पावै, कौआ कुकर खाही। कहते जिउंदे माँ बाप की सार नहीं लैंदा। जिस वक्त वो इस दुनिया के जिउंदे ने, उस वक्त वो कहते ने पुत्र पानी लिया दे, रोटी परोस दे। उस वक्त धियां पुत्र ने जिहड़े, उस वक्त उन्होंने बुरा लगता है, कितों दिमाग खांदे रहिंदे सारा दिन। ये जिहड़े बुढ़ड़े ने दुखी करते हैं घर दे, कदे पानी लिया दे, कदे चाह लिया दे, उतों सलाहां वखरियां मत्तां वखरियां देंदे रहंदे ने भी असीं कोई अणजाण, असीं एवें थोड़ा इस घर दे विच आए। पानी कहंदी जीवत पितर ना मानै को। जिस वक्त वो जिउंदे ने साडे घर दे विच ने, उस वक्त उन्हां दी सेवा संभाल नहीं कोई करदा। मूहे सराध कराही, ते मरियां दे पिछों उन्हां दे सराध कराउंदे ने। क्यों? लोकां दी वाह वाह कबूलनी है, हाँ भाई बहुत वधिया नेक काम कीता। जिउंदे दी कदे सार नहीं पुछी। माँ बाप भावें बिरध आश्रम दे विच रहा होवे ते आप भावें सरकारी नौकरी करदा होवे। देखदे आ ना अज दे समय दे विच पुत्त ते नूंह चंगी सरकारी नौकरी दे उपर लगे होंदे ने, पर माँ बाप ने जिहड़े वो बिरध आश्रम दे विच छड्डे होंदे ने। कहंदे साडे तो इन्हां दी सेवा संभाल नहीं होंदी। कोई परिवार सी, उसने अपनी माता नूं बिरध आश्रम में छड्डिया होया सी। परिवार दे विच बच्चे हुंदे ने, बच्चे पुछदे ने कि साडा कोई दादा दादी, तो माँ बाप अपनी बच्ची नूं क्या करन, पुत्र तेरी दादी है वो अपने रिश्तेदारां दे घरों रहिंदी है, अपने कोले नहीं आउंदी हैगी। पर एक दिन अचानक ही घटना वापरदी है कि स्कूल का जिहड़ा टूर है ना, वो बच्चों को बिरध आश्रम दिखाने लिए लैके जाते हैं। उस बच्ची ने अपनी दादी की फोटो तो देखी होंगी है, पर असलीयत में कभी दादी नहीं देखा। जो स्कूल के टूर जाता, स्कूल का टूर जो बिरध आश्रम में जाता है, बच्चों को बिरध आश्रम दिखाने लिए लैके जाते हैं, ताकि बच्चों को सिक्ख्या मिल सके कि बड़े होकर वो अपने माँ बाप को विसारन ना, बल्कि उन्होंने सेवा करन, उन्होंने प्यार करन। तो वो जी लड़की है उत्थे वेखदी है कि उत्थे जिहड़ी उहदी दादी है वो भी उत्थे मौजूद होंदी है, तो वो अपनी दादी को सारा कुछ दसदी है, ऐ करके मैं तेरी पोतरी हाँ, तो दोवें जप्पियां पापा रोंदियां ने कि मैनू तो मेरे माँ बाप ने हुण तक इहो दस्सिया सी कि तू रिश्तेदारां कोले रहिंदी है, मैनू नहीं सी पता भी तू इत्थे रहिंदी है। देखो साडा समाज किस पासे तुरिया जा रहा है। हर रोज़ सोशल मीडिया के उपर वेखदे आ, चैनलों वाले भी विखाउंदे ने बजुर्गों को घरों कढ़ के उन्होंने मारिया जाता है, कुटिया जाता है। जिस माँ बाप ने सारी उम्र उंगल फड़ के बचपन तो लैके चलना सिखाया होंदा है, उपरों पालना पोषणा अलग की होंदी है, थोड़ा जा भी कोई शरीरक कष्ट आ जाए माँ बाप को भारी बन जाती है। कदे किसी डॉक्टर को ले जा, कदे किसी डॉक्टर को ले जा। जो विद्या नहीं चंगी प्राप्त हो रही तो चंगा स्कूल वेख के उत्थे विद्या के लिए भेजते हैं, उपरों चंगे ट्यूशना वाले अध्यापक लभदे उन्होंने कोले भेजते हैं। क्यों? पता है भी आने वाले समय के विच इन्हां ने किसी चंगे अहुदे के उत्ते बैठ के चंगी नौकरी लैके इन्हां ने चंगी खट्टी कमाउणी है, और बुढ़ेपे दे वेले इन्हां ने साडा सहारा बनना है। मेरी औलाद ने मेरा सहारा बनना है, मेरी लाठी बनना है, मेरी सोटी बनना है। पर अफसोस होता है जिस वक्त पुत ने जिहड़े कपुत बनते हैं, नूह नित मंत कुमंत दे घर दे विच माँ बाप को बड़ा चाह होंदा कि असीं पुत्र विआह लिया। क्यों? माँ बाप है ना जिहड़े अपने सिर के उपर 3 भार मारते हैं, पुत्र का जन्म, उसका पालन पोषण और उसका जिहड़ा आनंद संस्कार है ब्याह।
ਜਦੋਂ ਇਹ ਤਿੰਨੇ ਉਹਨਾਂ ਦੇ ਸਫਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਆਮ ਤੌਰ ਤੇ ਸਮਾਜਿਕ ਰਵਾਇਤ ਹੈ, ਮਾਂ-ਬਾਪ ਕਹਿ ਦਿੰਦਾ ਕਿ ਅਸੀਂ ਹੁਣ ਹੌਲੇ ਹੋ ਗਏ ਹਾਂ, ਸਾਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੂਰੀ ਹੋ ਗਈ, ਅਸੀਂ ਆਪਣੇ ਫਰਜ਼ ਸੀ ਜਿਹੜੇ ਉਹ ਨਿਭਾ ਦਿੱਤੇ, ਹੁਣ ਅੱਗੇ ਇਹਨਾਂ ਦੀ ਜਿਹੜੇ ਜੀਵਨ ਹੈ, ਇਹਨਾਂ ਦਾ ਗ੍ਰਸਤ ਜੀਵਨ ਹੁਣ ਸ਼ੁਰੂ ਹੈ, ਅੱਗੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ, ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਇਹਨਾਂ ਨੇ ਚੁੱਕਣੀ ਹੈ। ਪਰ ਭਾਈ ਗੁਰਦਾਸ ਜੀ ਨੇ 4 ਪੌੜੀਆਂ ਲਿਖੀਆਂ ਨੇ, ਉਹਨਾਂ ਦੀ ਵਿਚਾਰ ਕੱਲ ਦੇ ਦੀਵਾਨ ਦੇ ਵਿੱਚ ਕਰਾਂਗੇ, ਕਿਉਂਕਿ ਅੱਜ ਸਮਾਂ ਹੈ ਨਹੀਂ ਆਪਣੇ ਕੋਲ। ਅੱਜ ਆਪਾਂ ਕਬੀਰ ਸਾਹਿਬ ਦੇ ਬਚਨਾਂ ਤੱਕ ਸੀਮਿਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਜਿਹੜੇ ਪੁੱਤਰ ਕਪੁੱਤ ਬਣਦੇ ਨੇ ਔਰ ਨੂੰ ਕਿਵੇਂ ਖੋਟੀ ਮੱਤ ਪੜਾਉਂਦੀ ਹੈ। ਔਰ ਭਾਈ ਗੁਰਦਾਸ ਜੀ ਨੇ ਉਹ ਸਮਝਾਇਆ ਹੋਇਆ ਹੈ ਕਿ ਚਾਹੀਦਾ ਕਿ ਜਿਸ ਵੇਲੇ ਕੋਈ ਵੀ ਆਨੰਦ ਕਾਰਜ ਹੋਵੇ ਨਾ, ਉਸ ਵੇਲੇ ਉਹ ਜਿਹੜੀਆਂ 4 ਪੌੜੀਆਂ ਨੇ, ਉਹਨਾਂ 4 ਪੌੜੀਆਂ ਦੀ ਸਿੱਖਿਆ ਜਿਹੜੀ ਉਹ ਜਿਹੜਾ ਵਿਆਹ ਦਾ ਸਮਾਗਮ ਹੁੰਦਾ, ਉਸ ਵੇਲੇ ਸਾਰਿਆਂ ਨੂੰ ਬਿਠਾ ਕੇ ਦਰਬਾਰ ਦੇ ਵਿੱਚ ਦਿੱਤੀ ਜਾਵੇ ਤਾਂ ਸ਼ਾਇਦ ਸਾਡੇ ਲੋਕਾਂ ਨੂੰ ਥੋੜੀ ਮੋਟੀ ਸੋਝੀ ਆ ਜਾਵੇ, ਘਰਾਂ ਦੇ ਵਿੱਚੋਂ ਕਲੇਸ਼ ਖਤਮ ਹੋ ਜਾਵੇ, ਮਾਂ-ਬਾਪ ਦੀ ਸੇਵਾ ਹੋਣ ਲੱਗ ਜਾਵੇ। ਔਰ ਕਬੀਰ ਸਾਹਿਬ ਵੀ ਉਹ ਸਮਝਾਉਂਦੇ, ਜੀਵਨ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਹੀ, ਜਿਉਂਦਿਆਂ ਦੀ ਕੋਈ ਸਾਰ ਨਹੀਂ ਲੈਂਦਾ, ਮਰਿਆ ਪਿੱਛੋਂ ਸਰਾਧ ਕਰਦੇ ਨੇ। ਅੱਗੇ ਕਹਿੰਦੇ ਪਿੱਤਰ ਵੀ ਬਪੁਰੇ ਕਹੂ ਕਿਉਂ ਪਾਵੈ, ਕਹੂਆ ਕੁੱਕਰ ਖਾਏ। ਦੁਨੀਆ ਦੇ ਲੋਕੋ ਮੈਨੂੰ ਇਹ ਦੱਸੋ, ਹੁਣ ਪਿੱਤਰਾਂ ਦੇ ਨਿਮਿਤ ਜਿਹੜਾ ਭੋਜਨ ਹੈ ਉਹ ਕਿਹਨੂੰ ਖਵਾਇਆ ਜਾਂਦਾ ਸੀ? ਬ੍ਰਾਹਮਣਾਂ ਨੂੰ, ਸਾਧੂਆਂ ਨੂੰ। ਅੱਜ ਵੀ ਦੀਵਾਲੀ ਦਾ ਤਿਉਹਾਰ ਹੁੰਦਾ ਨਾ, ਦੀਵਾਲੀ ਵਾਲੇ ਦਿਨ ਅੱਜ ਵੀ ਅਸੀਂ ਭੋਜਨ ਖਵਾਉਣ ਦੀ ਹੱਡੀ, ਰੋਟੀ ਅੱਜ ਵੀ ਜਦੋਂ ਪੰਡਤਾਂ ਦੇ ਘਰੇ ਜਾਂਦੀਆਂ ਨਹੀਂ, ਗੁਰੂ ਘਰ ਦੇ ਵਿਚਾਰੇ ਗ੍ਰੰਥੀ ਨੂੰ ਬਣਾ ਰੱਖਿਆ, ਉਹਦੇ ਕੋਲੇ ਰੋਟੀ ਜ਼ਰੂਰ ਭੇਜਦੇ ਨੇ ਉਸ ਦਿਨ। ਅੱਗੇ ਪਿੱਛੇ ਉਹਨੂੰ ਵੀ ਕੋਈ ਨਹੀਂ ਪੁੱਛਦਾ ਵੀ ਬਾਬਾ ਤੇਰੀ ਰੋਟੀ ਇੱਕ ਦਿਨ ਦੇ ਵਿੱਚ ਹੀ ਪੂਰੇ ਸਾਲ ਦਾ ਜਿਹੜਾ ਕੋਟਾ ਉਹਦਾ ਪੂਰਾ ਕਰ ਦਿੰਦੇ ਨੇ ਖਵਾ ਕੇ। ਗ੍ਰੰਥੀ ਤੋਂ ਵਿਚਾਰੇ ਤੋਂ ਖਾਧਾ ਵੀ ਨਹੀਂ ਜਾਂਦਾ, ਪਰ ਲੋਕ ਲਿਆਉਣ ਨਹੀਂ ਆਉਂਦੇ ਕਿਉਂਕਿ ਅਸਮਝ ਹੈ, ਅਗਿਆਨਤਾ ਹੈ। ਪਿੱਤਰ ਵੀ ਬਪਰੇ ਕਹੋ ਕਿਉਂ ਪਾਵੈ, ਕਹੂਆ ਕੁੱਕਰ ਖਾਹੀ। ਕਹਿੰਦੇ ਦੁਨੀਆ ਦੇ ਲੋਕੋ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਬ੍ਰਾਹਮਣਾਂ ਨੂੰ ਭੋਜਨ ਖਵਾਉਂਦੇ ਹੋ, ਉਹਨੂੰ ਵਸਤਰ ਦਿੰਦੇ ਹੋ, ਭਾਂਡੇ ਦਿੰਦੇ ਹੋ, ਜੁੱਤੇ ਦਿੰਦੇ ਹੋ, ਇਹ ਤੁਹਾਡੇ ਉਹਨਾਂ ਪਿੱਤਰਾਂ ਤੱਕ ਪਹੁੰਚਦਾ ਕਿਵੇਂ ਹੈ? ਤੁਹਾਡੇ ਉਹਨਾਂ ਵੱਡਿਆਂ ਵਡੇਰਿਆਂ ਤੱਕ ਪਹੁੰਚਦਾ ਕਿਵੇਂ ਹੈ ਜਿਹੜੇ ਇਸ ਸੰਸਾਰ ਦੇ ਵਿੱਚੋਂ ਚਲੇ ਗਏ? ਇਹ ਤੇ ਡਾਕ ਵਾਲਾ ਕੰਮ ਹੋ ਗਿਆ ਨਾ, ਵੀ ਪੋਸਟ ਡਾਕਖਾਨੇ ਦੇ ਵਿੱਚ ਪਾਈ ਤੇ ਅਗਲੀ ਥਾਂ ਤੇ ਪਹੁੰਚ ਗਈ। ਕਿਉਂਕਿ ਹਿੰਦੂ ਮਤ ਦੇ ਵਿੱਚ ਸੂਰਜ ਦੇ ਕੋਲ ਇੱਕ ਪਿੱਤਰਪੁਰੀ ਮੰਨੀ ਜਾਂਦੀ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਸਾਡੇ ਪਿੱਤਰ ਨੇ ਜਿਹੜੇ ਮਰਨ ਤੋਂ ਬਾਅਦ ਉੱਥੇ ਪਹੁੰਚਦੇ ਨੇ ਤੇ ਸਾਲ ਦੇ ਵਿੱਚ ਪਰ ਉਹ ਖਵਾਉਂਦੇ ਇੱਕ ਵਾਰ ਹੀ ਨੇ, ਬਾਕੀ ਸਾਲ ਉਹ ਭੁੱਖੇ ਰਹਿੰਦੇ ਨੇ, ਰੱਜੇ ਰਹਿੰਦੇ ਨੇ। ਕਿੱਥੋਂ ਭੋਜਨ ਆਉਂਦਾ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਬਸ ਇੱਕ ਚਾਲ ਹੈ ਜਿਹੜੀ ਬਣੀ ਹੋਈ ਹੈਗੀ, ਪਿੱਛੇ ਪਿੱਛੇ ਲੋਕ ਚੱਲੇ ਹੋਏ ਨੇ। ਪਿੱਤਰ ਕੀ ਬਪਰੇ ਕਹੋ ਕਿਉਂ ਪਾਵੈ, ਕਹੂਆ ਕੁੱਕਰ ਖਾਹੀ। ਕਈ ਐਸੇ ਵੀ ਨੇ ਜਿਹੜੇ ਛੱਤ ਦੇ ਉੱਤੇ ਪਾ ਦਿੰਦੇ ਨੇ ਉਹਨੂੰ, ਫਿਰ ਟੋਬਿਆਂ ਦੀਆਂ ਪੱਤਣਾਂ ਤੇ ਪਾ ਦਿੰਦੇ ਨੇ ਉਹਨੂੰ। ਖਾਂਦਾ ਕੌਣ ਹੈ? ਕਾਂ ਤੇ ਕੁੱਤੇ ਖਾਂਦੇ ਨੇ। ਕਬੀਰ ਸਾਹਿਬ ਕਹਿੰਦੇ ਕਹੂਆ ਕੁੱਕਰ ਖਾਹੀ। ਅੱਗੇ ਕਹਿੰਦੇ ਮੋਕੋ ਕੁਸਲ ਬਤਾਵੋ ਕੋਈ ਐ ਭਾਈ। ਕੁਸਲ ਦਾ ਅਰਥ ਹੁੰਦਾ ਆਨੰਦ। ਮੋਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਰਤੇ ਜਗ ਵਿਣਸੈ, ਕੁਸਲ ਵੀ ਕੈਸੇ ਹੋਈ। ਕਹਿੰਦੇ ਇਹ ਆਨੰਦ ਮੈਨੂੰ ਦੱਸੋ, ਇਸ ਤਰ੍ਹਾਂ ਇਹ ਕਰਮ ਕਾਂਡ ਕਰਕੇ, ਇਹ ਪਖੰਡ ਕਰਕੇ ਆਨੰਦ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਮੈਨੂੰ ਦੱਸੋ ਤਾਂ ਸਹੀ। ਕਹਿੰਦੇ ਕੁਸਲ ਕੁਸਲ ਕਰਤੇ ਜਗ ਵਿਣਸੈ, ਬਸ ਵਿਣਸਦਾ ਜਾ ਰਿਹਾ ਜਾ ਰਿਹਾ, ਪੱਲੇ ਕੁਝ ਨਹੀਂ, ਖੁਆਰ ਹੁੰਦੇ ਰਹਿੰਦੇ ਨੇ, ਪਰ ਕੁਸਲ ਦੀ ਪ੍ਰਾਪਤੀ ਨਹੀਂ ਹੁੰਦੀ, ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਨਰਜੀਓ ਕਾਟੈ ਸਰਜੀਓ ਪੂਜੈ, ਅੰਤ ਕਾਲ ਕੋ ਭਾਰੀ। ਕਹਿੰਦੇ ਨਰਜੀਵਾਂ ਦੀ ਹੱਤਿਆ ਕਰੀ ਜਾਂਦੇ ਨੇ, ਨਰਜੀਵਾਂ ਨੂੰ ਪੂਜੀ ਜਾਂਦੇ ਨੇ, ਸਰਜੀਵਾਂ ਨੂੰ ਵੱਢੀ ਜਾਂਦੇ ਨੇ। ਜਦੋਂ ਇਹ ਤਿਉਹਾਰ ਆਉਂਦਾ ਨਾ ਦੀਵਾਲੀ ਦਾ, ਲੋਕ ਮਾਸ ਬੜਾ ਖਾਂਦੇ ਆ, ਬਣਾ ਵੇਖਦੇ ਆ ਨਾ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਪਰ। ਸਰਜੀਓ ਕਾਟੈ ਨਰਜੀਓ ਪੂਜੈ। ਨਰਜੀਓ ਦਾ ਅਰਥ ਹੈ ਨਿਰਜੀਵ ਵਸਤਾਂ ਦੀ ਪੂਜਾ ਕਰਨਾ ਹੈ।
ਜਿਹੜੀਆਂ ਸਾਹ ਨਹੀਂ ਲੈਂਦੀਆਂ ਉਹਨਾਂ ਨੂੰ ਨਿਰਜੀਵ ਕਿਹਾ ਜਾਂਦਾ ਹੈ। ਭਾਵ ਕਿ ਮੂਰਤੀ ਪੂਜਾ ਵੱਲ ਇਸ਼ਾਰਾ ਹੈ ਕਬੀਰ ਸਾਹਿਬ ਦਾ ਕਿ ਇਹ ਮੂਰਤੀਆਂ ਦੀ ਪੂਜਾ ਕਰੀ ਜਾਂਦੇ, ਪਰ ਸਰਜੀਓ ਜਿਹੜੀਆਂ ਸਾਹ ਲੈਂਦੀਆਂ ਨੇ ਉਹਨਾਂ ਨੂੰ ਵੱਢੀ ਜਾਂਦਾ ਹੈ। ਇਸ ਮਨੁੱਖ ਦੀ ਕਦੇ ਸੋਚ ਵੇਖੋ, ਇਸ ਮਨੁੱਖ ਦੀ ਬੁੱਧੀ ਵੇਖੋ, ਭ੍ਰਿਸ਼ਟ ਹੋਈ ਰਹੀ ਹੈ। ਸੋ ਬਾਣੀ ਸਮਝਣ ਦੀ ਲੋੜ ਹੈ। ਅੱਗੇ ਕਹਿੰਦੇ ਦਰਬ ਸੰਤ ਸੰਚ ਰਾਜੇ ਹੁੰਦੇ, ਰਾਜੇ ਕਹਿੰਦੇ ਧਨ ਜੋੜ ਜੋੜ ਕੇ ਧਰਤੀਆਂ ਦੇ ਵਿੱਚ ਦਬ ਦਬ ਕੇ ਚਲੇ ਗਏ, ਇੱਥੋਂ ਮਰ ਗਏ, ਉਹ ਧਨ ਧਰਤੀ ਦੇ ਵਿੱਚ ਹੀ ਦੱਬਿਆ ਰਹਿ ਗਿਆ। ਤੇ ਅੱਜ ਸਾਡੇ ਵਾਲਾ ਰਾਜਾ ਵੇਖ ਲਓ, ਆ ਕਰੋਨਾ ਕਾਲ ਆਇਆ ਸੀ ਨਾ, ਕੀ ਕਰੀਏ? ਜੇ ਪੜ੍ਹਿਆ ਲਿਖਿਆ ਹੋਵੇ ਥੋੜਾ ਮੋਟਾ ਤੇ ਮਤ ਆਵੇ, ਹੈ ਹੀ ਅਨਪੜ੍ਹ। ਦੇਸ਼ ਦਾ ਪ੍ਰਧਾਨ ਮੰਤਰੀ ਹੈ, ਕਰੋਨਾ ਕਾਲ ਆਇਆ ਤੇ ਕਹਿੰਦਾ ਭਾਂਡੇ ਖੜਕਾਓ, ਥਾਲੀਆਂ ਖੜਕਾਓ, ਜਿੰਨਾ ਵੱਧ ਖੜਕਾ ਕਰੋਗੇ ਇਹ ਕਰੋਨਾ ਕਦੇ ਦੂਰ ਭੱਜ ਜਾਊਗਾ। ਇਦੋਂ ਵੱਧ ਅੰਧ ਭਗਤੀ ਹੋਰ ਕੀ ਹੋਊਗੀ? ਔਰ ਉਹਦੇ ਪਿੱਛੇ ਲੱਗ ਪਏ ਅਨੇਕਾਂ ਜਿਹੜੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਸੀ, ਵੱਡੇ ਵੱਡੇ ਇੰਜੀਨੀਅਰ ਕੀ, ਵੱਡੇ ਵੱਡੇ ਅਮੀਰ ਘਰਾਣੇ ਕੀ, ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਮਨਮਤੀ ਸੀ, ਅਗਿਆਨੀ ਸੀ, ਉਹਨਾਂ ਨੇ ਸਾਰਿਆਂ ਨੇ, ਆਪਾਂ ਸੋਸ਼ਲ ਮੀਡੀਆ ਦੇ ਉੱਪਰ ਵੇਖਿਆ, ਸਾਰਿਆਂ ਨੇ ਭਾਂਡੇ ਭੰਨ ਲਏ, ਕਈਆਂ ਨੇ ਭਾਂਡੇ ਚਿੱਬੇ ਕਰ ਲਏ। ਬਾਅਦ ਚ ਘਰ ਦੇ ਵਿੱਚ ਕਲੇਸ਼ ਹੋਈ ਗਿਆ ਹੋਵੇ, ਭਾਂਡਾ ਹੀ ਭੰਨਤਾ, ਭੋਜਨ ਕਾਹਦੇ ਚ ਬਣਾਈਏ? ਇਹ ਹਾਲ ਹੈ ਸਾਡਾ। ਜੋ ਦੱਸਿਆ ਗਿਆ ਉਹਦੇ ਬਾਰੇ ਨਾ ਸੋਚੀਏ ਨਾ ਵਿਚਾਰੀਏ, ਬਸ ਕਰਨ ਦੀ ਕਰਦੇ ਹਾਂ। ਇਸੇ ਲਈ ਸਿਆਣੇ ਕਹਿੰਦੇ ਕਰਨ ਤੋਂ ਪਹਿਲਾਂ ਬਾਰ-ਬਾਰ ਸੋਚਣਾ ਚਾਹੀਦਾ ਕਿ ਇਹਦਾ ਨਤੀਜਾ ਕੀ ਨਿਕਲਣਾ। ਅੱਗੇ ਕਬੀਰ ਸਾਹਿਬ ਵਚਨ ਕਰਦੇ ਆ, ਵੇਦ ਪੜ੍ਹੇ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਕਹਿੰਦੇ ਜਿਹੜੇ ਪੰਡਤ ਸੀ ਨਾ, ਇਹ ਵੇਦਾਂ ਨੂੰ ਪੜ੍ਹ ਪੜ੍ਹ ਕੇ ਮਰ ਗਏ, ਖੱਪ ਗਏ। ਜਿਹੜਾ ਸੱਚਾ ਗਿਆਨ ਸੀ ਉਹ ਲੋਕਾਂ ਤੱਕ ਤਾਂ ਪਹੁੰਚਾਇਆ ਨਹੀਂ, ਉਲਟਾ ਇਹਨਾਂ ਨੇ ਵੇਦਾਂ ਦੇ ਗਿਆਨ ਨੂੰ ਕਰਮਕਾਂਡ ਬਣਾ ਲਿਆ। ਜਿਵੇਂ ਅੱਜ ਕਈ ਐਸੇ ਮੂਰਖ ਨੇ ਜਿਹੜੇ ਗੁਰਬਾਣੀ ਦੀ ਗਲਤ ਵਰਤੋਂ ਕਰੀ ਜਾਂਦੇ ਆ, ਗੁਰਬਾਣੀ ਨੂੰ ਮੰਤਰ ਬਣਾਈ ਬੈਠੇ ਨੇ। ਪਾਣੀ ਦੀਆਂ ਬੋਤਲਾਂ ਮਹਾਰਾਜ ਦੇ ਪੀੜਾ ਸਾਹਿਬ ਦੇ ਹੇਠਾਂ ਰੱਖ ਕੇ ਧਾਗੇ ਕਰ ਕਰਕੇ ਦੇਈ ਜਾਂਦੇ ਨੇ। ਉਂਝ ਬਾਣਾ ਸਿੱਖੀ ਵਾਲਾ ਪਾਇਆ ਹੋਇਆ, ਧਾਗੇ ਖਰੀਦ ਕਰ ਦਿੰਦੇ ਨੇ। ਬਾਣੀ ਕਹਿੰਦੀ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖਦੀ ਅੰਧਲੇ ਕਰਮ ਕਰੇਣ। ਹੁਣ ਜਦੋਂ ਇਹੋ ਜਿਹੇ ਪਾਸੋਂ ਬਾਣੀ ਦੀ ਵਿਚਾਰ ਸੁਣਾਂਗੇ, ਐਸੇ ਕੱਚੇ ਪਾਸੋਂ, ਉਹਨੇ ਸਾਨੂੰ ਗਿਆਨ ਕੀ ਸਵਾਹ ਦੇਣਾ? ਉਹ ਤੇ ਆਪ ਹੀ ਅਗਿਆਨੀ ਹੈ। ਇਸੇ ਲਈ ਬਾਣੀ ਕਹਿੰਦੀ ਹੈ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਕੱਚਿਆਂ ਨਾਲੋਂ ਤੋੜ ਕੇ ਕੋਈ ਸੱਚਾ ਲੱਭ, ਕੋਈ ਪੱਕਾ ਲੱਭ, ਐਸਾ ਸੱਜਣ ਲੱਭ। ਔਰ ਇਹੀ ਗੱਲ ਇੱਥੇ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਵੇਦ ਪੜ੍ਹੇ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਸਾਨੂੰ ਜਿਹੜਾ ਗੁੱਗਿਆਂ ਦੇ ਨਾਲ ਜੋੜਦਾ, ਮੜੀਆਂ ਮਸਾਣਾਂ ਦੇ ਨਾਲ ਜੋੜਦਾ, ਪੀਰਾਂ ਦੇ ਨਾਲ ਜੋੜਦਾ। ਅੱਜ ਕੱਲ੍ਹ ਤੇ ਬੜਿਆਂ ਨਾਲ ਜੁੜ, ਕੋਈ ਬਿਆਸਾਂ ਵਾਲਿਆਂ ਨਾਲ ਹੈ, ਕੋਈ ਸਿਰਸੇ ਵਾਲਿਆਂ ਨਾਲ ਹੈ, ਕੋਈ ਕਿਸੇ ਨਾਲ ਹੈ, ਕੋਈ ਕਿਸੇ ਨਾਲ। ਰਾਮਪਾਲ ਜਾਂ ਆਸਾ ਰਾਮ ਵਰਗੇ ਇਹ ਬੜੇ ਧਰਮ ਨੇ, ਨਵੇਂ ਧਰਮ ਪੈਦਾ ਹੋ ਰਹੇ ਨੇ, ਪਰ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ। ਜਦੋਂ ਇਹਨਾਂ ਦਾ ਨਿਚੋੜ ਕੱਢੀਏ, ਇਹਨਾਂ ਨਿਚੋੜ ਕੁਝ ਵੀ ਨਹੀਂ ਨਿਕਲਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜਿਹੜਾ ਸਾਨੂੰ ਮਾਰਗ ਸਮਝਾਇਆ, ਉਹ ਸੌਖਾ ਤੇ ਸਰਲ ਜਾ ਸਿੱਧਾ ਜਿਹਾ ਮਾਰਗ ਹੈ। ਇਹ ਕਰਨਾ ਕੁਝ ਨਹੀਂ, ਬਸ ਤੁਸੀਂ ਪੜ੍ਹਨਾ, ਸਮਝਣਾ ਤੇ ਜਪਣਾ। ਜਪ ਕੇ ਮੁਕਤੀ ਪ੍ਰਾਪਤ ਹੋ ਜਾਣੀ ਹੈ। ਸੇਵਾ ਕਰ ਲਓ, ਇਹਦੇ ਨਾਲ ਹੀ ਤੁਹਾਡਾ ਜੀਵਨ ਸਫਲ ਹੋ ਜਾਣਾ ਹੈ। ਸੰਗਤ ਕਰ ਲਓ। ਪਰ ਪੰਡਤਾਂ ਨੇ ਆਪਣੇ ਆਪ ਨੂੰ ਵੇਦਾਂ ਤੱਕ ਸੀਮਤ ਰੱਖ ਲਿਆ। ਇਹ ਵੇਦਾਂ ਦਾ ਜਿਹੜਾ ਗਿਆਨ ਸੀ ਲੋਕਾਂ ਨੂੰ ਨਹੀਂ ਦਿੱਤਾ, ਆਪਣੇ ਤੱਕ ਸੀਮਤ ਰੱਖ ਲਿਆ।
ਇਸੇ ਕਰਕੇ ਤੇ ਅੱਜ ਕਿਸੇ ਨੂੰ ਵੇਦਾਂ ਬਾਰੇ ਗਿਆਨ ਨਹੀਂ। ਸੰਸਕ੍ਰਿਤ ਭਾਸ਼ਾ ਦੇ ਵਿੱਚ ਨੇ 4 ਵੇਦ ਨੇ, 18 ਪੁਰਾਣ ਨੇ, ਬਾਕੀ ਸਿਮਰਤੀਆਂ ਨੇ। ਅੱਜ ਜਣਾ ਖਣਾ ਆਪਣੇ ਨਾਂ ਦੇ ਅੱਗੇ ਇਹਨਾਂ ਦਾ ਕੋਈ ਸੰਤ ਹੁੰਦਾ ਹੈ ਤੇ ਆਪਣੇ ਨਾਮ ਦੇ ਅੱਗੇ 108 ਲਾਈ ਫਿਰਦਾ ਹੁੰਦਾ, ਜਦ ਕਿ ਇਹ 108 ਗ੍ਰੰਥ ਜਿਹਨੇ ਪੂਰਨ ਪੜ੍ਹੇ ਹੁੰਦੇ ਨੇ, ਇਹਨਾਂ ਗ੍ਰੰਥਾਂ ਦੇ ਵਿੱਚ ਉਹਨੂੰ ਮਹਾਰਤ ਹਾਸਲ ਹੁੰਦੀ ਹੈ, ਉਹਨਾਂ ਗ੍ਰੰਥਾਂ ਦੀ ਸਿੱਖਿਆ ਦੇ ਅਨੁਸਾਰ ਜੀਵਨ ਜਿਉਂਦਾ ਹੈ ਤੇ ਲੋਕਾਂ ਨੂੰ ਇਹਨਾਂ ਗ੍ਰੰਥਾਂ ਦੀ ਵਿਆਖਿਆ ਕਰਕੇ ਸੁਣਾ ਸਕਦਾ ਹੋਵੇ, ਉਹਨੂੰ ਇਹ 108 ਦੀ ਉਪਾਧੀ ਮਿਲਦੀ ਹੈ। ਪਰ ਇਹਨਾਂ ਨੇ 1 0 ਹੋਰ ਵਧਾਤੀ, 1008 ਕਰਨ ਲੱਗੇ। ਕਈ ਪਤਾ ਕੁਝ ਨਹੀਂ ਵੀ ਇਹ ਹੈ ਕਿਉਂ 108। ਉਹ ਗਿਣਤੀ ਧਾਰਮਿਕ ਗ੍ਰੰਥਾਂ ਨਹੀਂ ਸੀ ਕਿ ਜਿਹੜਾ 108 ਗ੍ਰੰਥ ਪੜ੍ਹ ਕੇ ਪੂਰਨ ਗਿਆਤਾ ਹੋ ਜਾਂਦਾ ਸੀ ਇਹਨਾਂ ਵੇਦਾਂ ਦਾ। ਇਸੇ ਕਰਕੇ ਉਹਨੂੰ ਸ਼੍ਰੀ ਕਰਕੇ ਪੁਕਾਰਿਆ ਜਾਂਦਾ ਸੀ, ਉਹਨੂੰ ਮਾਣ ਦਿੱਤਾ ਜਾਂਦਾ ਸੀ, ਸਨਮਾਨ ਦਿੱਤਾ ਜਾਂਦਾ ਸੀ ਕਿ ਇਹ ਵਿਦਵਾਨ ਹੈ। ਪਰ ਅੱਜ ਤੇ ਵਿਦਵਤਾ ਵਾਲੀ ਕੋਈ ਗੱਲ ਹੀ ਨਹੀਂ ਰਹੀ। ਅੱਜ ਕਿਤਾਬੀ ਗਿਆਨ ਬਹੁਤ ਹੋ ਗਿਆ, ਪਰ ਅਧਿਆਤਮਿਕਤਾ ਦਾ ਗਿਆਨ ਕਿਸੇ ਵਿਰਲੇ ਦੇ ਪਾਸ ਹੋ ਗਿਆ। ਜੋ ਗੁਰੂ ਦੀ ਗੱਲ ਦੇ, ਜੋ ਗੁਰੂ ਦੀ ਗੱਲ ਮੰਨਦਾ ਹੈ, ਜੋ ਗੁਰੂ ਜਪਦਾ ਹੈ। ਵੇਦ ਪੜ੍ਹੇ ਪਰ ਪੰਡਤ ਨੂੰ ਇਹ ਰੂਪ ਦੇਖ ਨਾਰੀ। ਜੀ ਸਾਹਿਬ ਕਹਿੰਦੇ ਇਸਤਰੀ ਹੈ ਜਿਹੜੀ, ਕਹਿੰਦੇ ਇਹ ਹਰ ਵਕਤ ਆਪਣਾ ਚਿਹਰਾ ਸ਼ੀਸ਼ੇ ਦੇ ਵਿੱਚ ਵਾਰ-ਵਾਰ ਦੇਖਦੀ ਰਹਿੰਦੀ ਹੈ, ਇਹਨੂੰ ਆਪਣੀ ਸੁੰਦਰਤਾ ਦੇ ਉੱਪਰ ਹੀ ਸ਼ੱਕ ਹੋਇਆ ਹੋਇਆ, ਇਹਨੂੰ ਆਪਣੀ ਸੁੰਦਰਤਾ ਦਾ ਹੀ ਭਰੋਸਾ ਨਹੀਂ ਹੈਗਾ। ਔਰ ਇਹ ਵੀ ਕਹਿੰਦੇ ਇਸੇ ਵਹਿਮ ਦੇ ਵਿੱਚ, ਇਸੇ ਭਰਮ ਦੇ ਵਿੱਚ ਆਪਣਾ ਜੀਵਨ ਆ ਜਿਹੜਾ ਖਰਾਬ ਕਰ ਚੁੱਕੀ ਹੈ। ਰਾਮ ਨਾਮ ਬਿਨ ਸਭੈ ਬਿਗੁਤੇ ਦੇਖੋ ਨਿਰਕ ਸਰੀਰਾ ਹੈ ਭਾਈ, ਪਰ ਉਸ ਰਾਮ ਦੇ ਨਾਮ ਤੋਂ ਬਿਨਾਂ ਇਹ ਸਰੀਰ ਹੈ ਜਿਹੜਾ ਇਹ ਖੁਆਰ ਹੀ ਹੋਏਗਾ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਿਆ, ਉਹ ਜਿਹੜੇ ਸਰੀਰ ਨੇ ਉਹ ਖੁਆਰ ਹੁੰਦੇ ਰਹਿਣਗੇ, ਭਟਕਦੇ ਰਹਿਣਗੇ। ਹਰ ਕੇ ਨਾਮ ਵਿੱਚ ਕਿਨ ਗਤ ਪਾਈ ਕਹਿ ਉਪਦੇਸ਼ ਤਵੀਰਾ। ਮੈਨੂੰ ਦੱਸੋ ਕਿ ਉਸ ਪ੍ਰਭੂ ਦੇ ਨਾਮ ਤੋਂ ਬਿਨਾ ਕਿਸੇ ਨੇ ਗਤ ਨਹੀਂ ਪਾਈ, ਭਾਵ ਉਹਦਾ ਉਧਾਰ ਨਹੀਂ ਹੋਇਆ ਪਰਮੇਸ਼ਰ ਦੇ ਨਾਮ ਤੋਂ ਬਿਨਾ। ਹਰ ਕੇ ਨਾਮ, ਹਰੀ ਦਾ ਭਾਵ ਪਰਮੇਸ਼ਰ, ਉਹਦੇ ਨਾਮ ਤੋਂ ਬਿਨਾ ਜਿਹਨੇ ਉਹਦਾ ਨਾਮ ਨਹੀਂ ਜਪਿਆ ਕਿਨ ਗਤ ਪਾਈ। ਕਿਹਨੇ ਗਤੀ ਪਾਈ ਹੈ ਮੈਨੂੰ ਦੱਸੋ? ਕਿਸੇ ਦੀ ਗਤੀ ਨਹੀਂ ਹੋਈ। ਸਾਡੇ ਲੋਕਾਂ ਨੇ ਦਿਨਾਂ ਪ੍ਰਤੀ ਵਿਸ਼ਵਾਸ ਬਣਾਏ ਹੋਏ ਨੇ, ਆਹ ਦਿਨ ਚੰਗਾ ਹੈ, ਆਹ ਦਿਨ ਮਾੜਾ ਹੈ। ਬਾਣੀ ਕਹਿੰਦੀ ਸੋਈ ਦਿਵਸ ਸੁਹਾਵੜਾ ਜਿਤ ਪ੍ਰਭਾ ਵਿੱਚ। ਸਾਡੇ ਪਿੰਡਾਂ ਵਾਲਿਆਂ ਇਹੋ ਜਿਹੇ ਪਖੰਡ ਬਣਾਏ ਹੋਏ ਨੇ ਕਿ ਛਿੱਕ ਮਾਰੀ ਤੇ ਚੱਲਣਾ ਨਹੀਂ। ਜੇ ਕੋਈ ਖਾਲੀ ਭਾਂਡਾ ਜਾਂ ਟੋਕਰਾ ਲੈ ਕੇ ਅੱਗੋਂ ਆ ਗਿਆ ਉਹਨੂੰ ਮਾੜਾ, ਕੋਈ ਚੰਗਾ ਕਰਮ ਕਰਨ ਲਈ ਚੱਲਿਆ, ਜੇ ਕੋਈ ਦਲਤ ਸਾਹਮਣੇ ਆ ਗਿਆ ਉਹ ਚੰਗਾ ਕਹਿੰਦੇ, ਉਹ ਸ਼ੁਭ ਮੰਨਿਆ ਜਾਂਦਾ। ਦੇਖੋ ਸਾਡੀ ਸੋਚ। ਪਾਣੀ ਦੇ ਦੇਵਤੇ ਅਸੀਂ ਮੰਨੀ ਜਾਂਦੇ ਹਾਂ, ਮਲੇਰਕੋਟਲੇ ਵਾਲੇ ਨੂੰ ਅਸੀਂ ਮੰਨੀ ਜਾਂਦੇ ਹਾਂ, ਖੇਤਾਂ ਦੇ ਵਿੱਚ ਸਮਾਧਾਂ ਅਸੀਂ ਬਣਾ ਰੱਖੀਆਂ ਨੇ, ਪਿੰਡਾਂ ਦੇ ਵਿੱਚ ਜਠੇਰੇ ਅਸੀਂ ਬਣਾ ਰੱਖੇ ਨੇ। ਨਾਮ ਦੇ ਮਗਰ ਸਾਡੇ ਸਿੰਘ ਲੱਗਦਾ ਹੈ, ਨਾਮ ਦੇ ਨਾਲ ਸਾਡੇ ਕੌਰ ਲੱਗਦਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਅਰਦਾਸ ਵਿੱਚ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ। ਖਾਲਸਾ ਗਿਆਨ ਦਾ ਜੇ ਖਾਲੀ ਪਿਆ, ਖਾਲਸੇ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਹੀ ਨਹੀਂ ਹੋਇਆ। ਰਾਜ ਕਿਵੇਂ ਹੋਏਗਾ ਭਾਈ? ਕਹਿੰਦੇ ਜਪਜੀ ਸਾਹਿਬ ਦੇ ਇੱਕ ਦਾ ਵੀ ਅਜੇ ਪਤਾ ਨਹੀਂ, ਉਹਦਾ ਇੱਕ ਦਾ ਅਰਥ ਕੀ ਹੈ। ਉਹ ਇੱਕ ਤਾਂ ਇਹਨੂੰ ਬਾਰ-ਬਾਰ ਪ੍ਰੇਰਨਾ ਕਰ ਰਿਹਾ ਕਿ ਇਸ ਦੁਨੀਆ ਦਾ ਇੱਕੋ ਦਾਤਾ ਹੈ, ਇਸ ਦੁਨੀਆ ਦਾ ਰਚਨਹਾਰ ਇੱਕ ਹੈ। ਤੂੰ ਇਸ ਇੱਕ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਇਹ ਗਿਣਤੀ ਦਾ ਇੱਕ ਹੈ, ਇਸੇ ਦਾ ਪਸਾਰਾ ਇਸ ਦੁਨੀਆ ਦੇ ਵਿੱਚ ਵਰਤ ਰਿਹਾ। ਇਸੇ ਦੀ ਕਰਾਮਾਤ, ਇਸੇ ਦੀ ਸਾਰੀ ਕਰਨੀ ਹੈ। ਉਹ ਇੱਕ ਕੌਣ ਹੈ? ਉਹ ਅਕਾਲ ਪੁਰਖ, ਉਹ ਪਰਮਾਤਮਾ, ਉਹ ਸਭਨੀ ਥਾਈ ਹੈ। ਉਹ ਘਟ ਘਟ ਦੇ ਵਿੱਚ ਰਮਿਆ ਹੋਇਆ, ਉਹ ਸਰਗੁਣ ਵੀ ਹੈ, ਉਹ ਨਿਰਗੁਣ ਵੀ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਲਿਖਦੇ ਨੇ ਕਿ ਉਹ ਤੇ ਤੈਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ।
ਉਹ ਪਰਮਾਤਮਾ ਕਹਿੰਦੇ ਤੇਰੇ ਤੋਂ ਵੱਖ ਨਹੀਂ ਹੈਗਾ। ਪਰ ਕੀ ਕਰੀਏ, ਤੇਰੀ ਜੇ ਅੱਖ ਹੀ ਨਹੀਂ ਹੈਗੀ ਉਹਨੂੰ ਵੇਖਣ ਵਾਲੀ, ਤੇਰੀ ਜੇ ਸੁਰਤ ਉਸ ਪਾਸੇ ਗਈ ਨਹੀਂ ਹੈਗੀ ਵੀ ਮੈਂ ਪਰਮਾਤਮਾ ਨੂੰ ਵੇਖ ਲਾਂ, ਉਹਦੇ ਦਰਸ਼ਨ ਕਰ ਲਾਂ ਕਿਹੋ ਜਿਹੇ। ਆਨੰਦ ਸਾਹਿਬ ਦੀ ਬਾਣੀ ਹੈ, ਨਿਤਨੇਮ ਜੋ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਹੈ ਇਸ ਤਰ੍ਹਾਂ ਫਰੀਦ ਸਾਹਿਬ ਕਹਿੰਦੇ ਨੇ ਬਾਣੀ ਦੇ ਪ੍ਰਥਾਏ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਾਨ ਭਾਵੇਂ ਮੇਰਾ ਸਾਰਾ ਸਰੀਰ ਖਾ ਲਿਆ ਪਰ ਮੇਰੇ ਨੇਤਰਾਂ ਨੂੰ ਨਾ ਛੇੜੀ, ਇਹਨਾਂ ਨੇਤਰਾਂ ਦੇ ਨਾਲ ਮੈਂ ਉਸ ਖੁਦਾ ਦੇ ਦਰਸ਼ਨ ਕਰਨੇ ਨੇ। ਮੇਰੇ ਅੰਦਰ ਇਹ ਤਾਂਘ ਹੈ। ਕੰਨਾਂ ਦੇ ਪ੍ਰਥਾਏ ਲਿਖਿਆ ਹੈ ਸਰਵਣੋ ਮੇਰੇ ਉਹ ਸੱਚਾ ਸੁਣੈ ਨੂੰ ਪਠਾਏ, ਸੱਚਾ ਸੁਣੈ ਨੂੰ ਪਠਾਏ ਸਰੀਰ ਲਾਇ ਸੁਣੋ ਸਤ ਬਾਣੀ। ਸੱਚੀ ਬਾਣੀ ਸੁਣੋ ਇਹਨਾਂ ਸਰਵਣ ਦੇ ਨਾਲ, ਕੰਨਾਂ ਦੇ ਨਾਲ। ਇਹ ਕੰਨ ਸੱਚੀ ਬਾਣੀ ਸੁਣਨ ਦੇ ਲਈ ਦਿੱਤੇ ਨੇ, ਇਹ ਅੱਖਾਂ ਪਰਮੇਸ਼ਰ ਦੇ ਦਰਸ਼ਨ ਕਰਨ ਲਈ ਦਿੱਤੀਆਂ ਨੇ, ਇਹ ਹੱਥ ਪਰਉਪਕਾਰ ਕਰਨ ਦੇ ਲਈ ਦਿੱਤੇ ਨੇ, ਇਹ ਪੈਰ ਸਤ ਸੰਗਤ ਦੇ ਵਿੱਚ ਜਾਣ ਲਈ ਦਿੱਤੇ ਨੇ। ਪਰ ਇਹ ਗਿਆਨ ਪ੍ਰਾਪਤ ਕਿੱਥੋਂ ਹੋਵੇ? ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਸੋ ਸਾਡੇ ਜਿਹੜੇ ਫੋਕਟ ਕਰਮ ਨੇ, ਮੱਸਿਆ, ਸੰਗਰਾਮ, ਪੁੰਨਿਆ, ਦਸਵੀਆਂ, ਇਹ ਜਿੰਨੇ ਮਰਜ਼ੀ ਦਿਹਾੜੇ ਮਨਾ ਲਓ, ਜਿੰਨਾ ਚਿਰ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਨਹੀਂ ਹੁੰਦਾ, ਉਹਦਾ ਡਰ ਨਹੀਂ ਹੈਗਾ, ਅਸੀਂ ਚੁਗਲੀ ਨਿੰਦਿਆ ਕਰਨੋਂ ਨਹੀਂ ਹਟਦੇ, ਅਸੀਂ ਕਿਸੇ ਦਾ ਚਿੱਤ ਵਿੱਚ ਬੁਰਾ ਲੋਚਦੇ ਹਾਂ, ਇਹ ਸਾਰੀਆਂ ਬੁਰਾਈਆਂ ਨਹੀਂ ਛੱਡਦੇ। ਭਰੂਣ ਹੱਤਿਆ, ਪਾਣੀ ਅਸੀਂ ਗੰਦਾ ਕਰਤਾ, ਹਵਾ ਅਸੀਂ ਗੰਦੀ ਕਰਤੀ, ਕੁਦਰਤ ਦੇ ਅਸੀਂ ਵੈਰੀ ਬਣ ਗਏ। ਬੰਦਾ ਭੇਜਿਆ ਸੀ ਪਰਮਾਤਮਾ ਨੇ ਕਿ ਇਹ ਮੇਰੀ ਕੁਦਰਤ ਨੂੰ ਸੰਭਾਲ ਕੇ ਰੱਖੋ, ਕੁਦਰਤ ਦੇ ਅਸੀਂ ਦੁਸ਼ਮਣ ਬਣ ਗਏ ਔਰ ਉਹਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ। ਕੈਂਸਰ ਵਰਗੀਆਂ ਬਿਮਾਰੀਆਂ ਆ ਗਈਆਂ ਨੇ, ਇਹਨਾਂ ਦਾ ਇਲਾਜ ਹੀ ਨਹੀਂ ਹੁੰਦਾ ਹੈਗਾ। ਪਤਾ ਹੀ ਉਦੋਂ ਲੱਗਦਾ ਹੈ ਵੀ ਇਹ ਹੁਣ ਆਖਰੀ ਸਟੇਜ ਤੇ ਇਹਦਾ ਇਲਾਜ ਨਹੀਂ। ਸੋ ਸਮਝੀਏ, ਚਤੁਰਾਈ ਦੇ ਨਾਲ ਕੁਝ ਨਹੀਂ ਪ੍ਰਾਪਤ ਹੋਣਾ, ਗੁਰੂ ਦੀ ਮੱਤ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਣਾ ਹੈ। ਸਤਿਗੁਰੂ ਦੀ ਕਿਰਪਾ ਕਰਨ। ਕਬੀਰ ਸਾਹਿਬ ਦੇ ਇਹਨਾਂ ਬਚਨਾਂ ਤੋਂ ਆਪਾਂ ਅੱਜ ਸੱਚਾ ਗਿਆਨ ਪ੍ਰਾਪਤ ਕਰੀਏ ਕਿ ਇਹ ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਵੀ ਇਹਨਾਂ ਭਰਮਾਂ ਤੋਂ, ਇਹਨਾਂ ਪਖੰਡਾਂ ਤੋਂ ਬਚ ਜਾਈਏ। ਕੇਵਲ ਤੇ ਕੇਵਲ ਆਪ ਦੁਆਰਾ ਦਿੱਤੀ ਹੋਈ ਜਿਹੜੀ ਮੱਤ ਹੈ, ਅਸੀਂ ਉਸ ਮੱਤ ਦੇ ਨਾਲ ਆਪਣਾ ਜੀਵਨ ਹੈ ਜਿਹੜਾ ਉਹ ਬਤੀਤ ਕਰਨਾ ਸ਼ੁਰੂ ਕਰ ਦਈਏ, ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ। ਸਾਡੇ ਕਾਰਜ ਰਾਸ ਹੋ ਜਾਵੇ। ਬੋਲਦਿਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ। ਉਟਾਣ ਕੋ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਔਰ ਆਪ ਸੰਗਤਾਂ ਦਾ, ਇਹਨਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਲਗਾਈ ਹੈ। ਨਗਰ ਤੇ ਕਾਫੀ ਵੱਡਾ ਹੈ ਪਰ ਗੁਰੂ ਘਰ ਆਉਣ ਦੀ ਅਜੇ ਆਦਤ ਨਹੀਂ ਬਣੀ ਕਈਆਂ ਦੀ। ਬੇਸ਼ੱਕ ਬਾਣੀ ਕਹਿੰਦੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਬੜਿਆਈ ਵਿਚਾਰ, ਪਰ ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਸੋਝੀ ਬਖਸ਼ਣ, ਅੰਮ੍ਰਿਤ ਵੇਲਾ ਸੰਭਾਲਣ ਦੀ ਜਿਹੜੀ ਜਾਂਚ ਹੈ ਉਹ ਸਾਨੂੰ ਆ ਜਾਵੇ। ਘਰ ਘਰ ਦੇ ਅੰਦਰ ਧਰਮਸਾਲ ਬਣ ਜਾਵੇ, ਉਸ ਪ੍ਰਭੂ ਦੇ ਗੁਣ ਗਾਏ ਜਾਣ, ਉਹਦੀ ਬਾਣੀ ਦਾ ਕੀਰਤਨ ਹੋਵੇ, ਵਾਹਿਗੁਰੂ ਵਾਹਿਗੁਰੂ ਜਪਿਆ ਜਾਵੇ, ਤਾਂ ਕਿ ਇਹਨਾਂ ਤਪਦੇ ਹਿਰਦਿਆਂ ਨੂੰ ਇਸ ਕਲਯੁਗੀ ਸਮੇਂ ਦੇ ਵਿੱਚ ਠੰਡਕ ਪਹੁੰਚ ਸਕੇ, ਸਹਾਰਾ ਮਿਲ ਸਕੇ। ਇਸ ਪ੍ਰਭੂ ਦੇ ਦਰ ਦੇ ਉੱਪਰ ਆ ਕੇ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਸ਼ੁਕਰ ਹੈ ਕਿ ਹੁਣ ਤੱਕ ਜਿੰਨੀ ਜ਼ਿੰਦਗੀ ਬਤੀਤ ਹੋਈ ਹੈ ਇਹ ਸਰੀਰ ਅਜੇ ਤੱਕ ਤੰਦਰੁਸਤ ਹੈ। ਇਸੇ ਤਰ੍ਹਾਂ ਮੇਰਾ ਭਰਿਆ ਹੱਥ ਰੱਖੀ ਇਹ ਸਰੀਰ ਤੰਦਰੁਸਤ ਰਹੇ ਤੇ ਅਸੀਂ ਤੇਰੇ ਦਰ ਦੇ ਉੱਪਰ ਆ ਕੇ ਤੇਰਾ ਨਾਮ ਜਪਦੇ ਰਹੀਏ, ਸੇਵਾ ਕਰਦੇ ਰਹੀਏ, ਸੰਗਤ ਕਰਦੇ ਰਹੀਏ। ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਧਾਨ ਬੀਬੀ ਜਗੀਰ ਕੌਰ ਜੀ ਔਰ ਸਕੱਤਰ ਸਰਦਾਰ ਸਿਮਰਜੀਤ ਸਿੰਘ ਜੀ ਕੰਗ, ਇਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰਚਾਰ ਰਹੀ ਹੈ ਜਿਹੜੀ ਚਲਾਈ ਗਈ ਹੈ, ਜਿਸ ਦੇ ਤਹਿਤ ਇੱਕ ਪਿੰਡ ਦੇ ਅੰਦਰ 6 ਤੋਂ 8 ਦਿਨ ਦਾ ਜਿਹੜਾ ਸਮਾਗਮ ਹੈ ਉਹ ਕੀਤਾ ਜਾਂਦਾ ਹੈ, ਜਿਸ ਵਿੱਚ ਗੁਰਬਾਣੀ ਕਥਾ,
और धार्मिक लिटरेचर है जिहड़ा वो पिंड दे विच वधिया जांदा है। इस तो इलावा बच्चों नूं जपजी साहब बाणी की संथਿਆ दी जाती है। श्रोमणी गुरुद्वारा प्रबंधक कमेटी वालों एक महान उपराला करदिआं फैसला भी लिया गया कि जिस गुरु घर का ग्रंथी सिंह बच्चों नूं नितनेम की बाणी पढ़नी सिखाता है या नितनेम की संथਿਆ दिंदा है और उतों गुरु घर के बाणी सीखने वाले बच्चे जपजी साहब की बाणी कंठ करते हैं तो उतों एक उन्होंने फार्म भरवाया जाता है और गुरु घर के ग्रंथी सिंह नूं 2000 रुपये प्रति महीना जिहड़ा सेवा फल है वो श्रोमणी गुरुद्वारा प्रबंधक कमेटी वालों दिता जाता है। सो मैं भाई शेर सिंह जी को बेनती करूँगा कि वो भी बच्चों को संथਿਆ देण और जपजी साहब कंठ करवाउण ताकि श्रोमणी गुरुद्वारा प्रबंधक कमेटी उन्होंने मदद कर सके और साढ़े छोटे छोटे बच्चों का भला हो सके वो जपजी साहब की बाणी के नाल जुड़ जाए, वो नितनेम की बाणी के नाल जुड़ जाए, हौली हौली गुरु ग्रंथ साहिब पातशाह की बाणी के नाल जुड़ जाएंगे। सो अखीर दे विच गुरुद्वारा प्रबंधक कमेटी पिंड दयालगढ़ और समूह संगतां दा धन्नवाद है जिहड़े अमृत वेले गुरुद्वारा साहिब विखे आके अपनी हाजरियां लवाउंदे हो। बाणी का प्रमाण है बड़ भागी हर संगत पावै, भागहीन भ्रम चोटां खावै, बिन भागा सतसंग न लभै, बिन संगत मैल भरिजै जी। सो इस संगत की बड़ी बड़ी महानता गुरु ने दसी है। संगत में आके मन की मैल खत्म हो जाती है। भागहीन ने उन्होंने भागहीने ने जिहड़े संगत तो वांझे रह जाते हैं, गुरु समत बख्शे उन्होंने वो भी संगत के विच आउण लगन। अखीर दे विच बुलाओ फतेह आखो जी वाहिगुरू जी का खालसा वाहिगुरू जी की फतेह। रामकली महला तीजा आनंद एक ओंकार सतगुर प्रसाद आनंद भया मेरी पाए सतगुरु मैं पाया सतगुर का पाया सहज सेती मन वजियां वाधाइयां राग रतन परवार परियां शब्द गा बनाइयां शब्द गाओ हरि केरा मन जिनी वसाया कह नानक आनंद होआ सतगुरु मैं पाया। ए मन मेरिया तू सदा रहो हर नाले हर नाल रहो तू मन मेरे दुख सब सारना अंगीकार उपर तेरा कार सब सवारना सबना गला सदा स्वामी सो क्यों मनो सारे कह नानक मन मेरे सदा रहो हर नाले साचे साहिबा क्या नाही घर तेरा घरना तेरा सब कुछ है इस देह सो पावे सदा सिर सलाह तेरी नाम मन वसावे नाम लिखै मन से आवाजी शब्द कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाइयां कर शांत सुख मनाए वसया जिन इच्छा सब पुजाइयां सदा प्रवान पिता गुरु विट हो जिसदियां वड्याइयां कह नानक सुनो संत हो शब्द धरो प्यारो साचा नाम मेरा आधारो वाजे पंच शब्द तित घर सुभागै शब्द वाजे कला जित घर धारिया पंच गुर तुद वस कीते काल कंटक मारिया तुर करम पाया तुर जिनको से नाम हर कै लागे कह नानक सुख होआ तिस कर अनहद वाजे आनंद सुनो बड़ भागी हो सगल मनोरथ पूरे पागन कर पाया ते सगल वसूरे दुख रोग संताप करे सुनी सच्ची बाणी संत साजन भय सरसे पूरे गुरते जानी सुनते पुनीत कहते पवित सतगुर रहया पर पूरे बिनवंत नानक गुर चरण लागे वाजे अनहद तूरे सुनते पुनीत कहते पवित सतगुर रहया पर पूरे बिनवंत नानक गुर चरण लागे वाजे अनहद तूरे। वाहिगुरू जी का खालसा वाहिगुरू जी की फतेह। ठाकुर तुम सब तेरी रास तुम मात पिता बारिक दे